स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार जगतार सिंह जी और सरदार हमीर सिंह जी, दोनों ਨੂੰ जी आए। थैंक यू। शुक्रिया जी। ਪੰਜਾਬ ਦੇ ਵਿੱਚ ਇੱਕ ਐਮਐਲਏ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਜਲਾਲਾਬਾਦ ਚਰਚਿਤ ਹਲਕਾ ਹੈ। ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੋਲਡੀ ਕੰਬੋਜ ਦੇ ਪਿਤਾ ਨੂੰ ਕਿਸੇ ਗੈਰ ਅਖਲਾਕੀ ਲੈਣ ਦੇਣ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ। ਇਸ ਗੱਲ ਨੂੰ ਅੱਗੇ ਵਧਾਉਂਦੇ ਹਾਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਵਾਰੀ ਫਿਰ ਤੋਂ ਸਿੱਖਾਂ ਦੇ ਖਿਲਾਫ ਬੁਣੇ ਜਾ ਰਹੇ ਨੈਰੇਟਿਵ ਨੂੰ, ਬਿਰਤਾਂਤ ਨੂੰ ਸਿਰਿਓਂ ਨਕਾਰਨ ਦੀ ਗੱਲ ਕਰਦੇ ਆ। ਉਹ ਵੀਡੀਓ ਜਾਰੀ ਕਰਦੇ ਆ, ਅੰਮ੍ਰਿਤਪਾਲ ਦੀ ਧਰਮ ਸੁਪਤਨੀ ਨੂੰ ਰੋਕੇ ਜਾਣ ਦਾ ਖੰਡਨ ਕਰਦੇ ਆ, ਲੇਕਿਨ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਥੀਮ ਰਹਿੰਦਾ ਉਹ ਇਸ ਗੱਲ ਤੇ ਆ ਕਿ ਕੌਮ ਦੇ ਖਿਲਾਫ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਬਿਰਤਾਂਤ ਬੁਣਿਆ ਜਾਂਦਾ। ਇਹਨੂੰ ਵੀ ਲੈਂਦੇ ਆ। ਤੀਜਾ ਮਾਮਲਾ ਜਲੰਧਰ ਦੀ ਚੋਣ ਦਾ ਬੜਾ ਦਿਲਚਸਪ ਮਾਜਰਾ ਹੈ। ਆਖਿਰ ਕੌਣ ਕਿਹਨੂੰ ਨੰਬਰ 1 ਤੇ ਮੰਨ ਰਿਹਾ, ਇਹ ਸਵਾਲ ਕਾਫੀ ਅਹਿਮ ਹੋ ਗਿਆ। ਕੇਜਰੀਵਾਲ ਸਾਹਿਬ ਕੱਲ ਜਦੋਂ ਭਗਵੰਤ ਮਾਨ ਦੇ ਨਾਲ ਰੈਲੀ ਨੂੰ ਐਡਰੈਸ ਕਰ ਰਹੇ ਸੀਗੇ ਤਾਂ ਉਹ ਕਾਂਗਰਸ ਤੇ ਆਪਣਾ ਫੋਕਸ ਰੱਖਦੇ ਆ ਔਰ ਲੋਕਾਂ ਨੂੰ ਕਹਿੰਦੇ ਵੀ ਕਾਂਗਰਸ ਨੂੰ ਵੋਟ ਪਾਉਣ ਦਾ ਫਾਇਦਾ ਕੀ ਹੈ, ਆਪਣੇ ਕੰਮ ਕਰਾਉਣੇ ਆ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਓ। ਕੀ ਕੇਜਰੀਵਾਲ ਸਾਹਿਬ ਇਹ ਮੰਨ ਕੇ ਚੱਲ ਰਹੇ ਆ ਕਿ ਉਹਨਾਂ ਦੇ ਕੈਂਡੀਡੇਟ ਨੂੰ ਥ੍ਰੈਟ ਕਾਂਗਰਸ ਦੇ ਉਮੀਦਵਾਰ ਤੋਂ ਹੈ, ਜਾਂ ਕੀ ਉਹਨਾਂ ਨੂੰ ਲੱਗ ਰਿਹਾ ਕਿ ਜਲੰਧਰ ਔਖਾ ਹੈ ਔਰ ਕਾਂਗਰਸ ਨਾਲ ਮੁਕਾਬਲਾ ਸਖਤ ਹੈ? ਦੂਜੇ ਬੰਨੇ ਅਕਾਲੀ ਦਲ ਵੀ ਇਸੇ ਤਰ੍ਹਾਂ ਦੀ ਸਮਝ ਦਾ ਲਖਾਇਕ ਹੈ, ਸੂਚਕ ਹੈ। ਜਦੋਂ ਉਹਨਾਂ ਦੀ ਪਾਰਟੀ ਦੀ ਅੰਦਰੂਨੀ ਮੀਟਿੰਗਸ ਦੇ ਵਿੱਚ ਇਹ ਮਾਮਲਾ ਉੱਠਦਾ ਹੈ ਕਿ ਅਸੀਂ ਦੂਜੇ ਨੰਬਰ ਤੇ ਵੱਟ ਤੇ ਪਏ ਆ, ਆਮ ਧਾਰਨਾ ਦੇ ਵਿੱਚ ਉਹ ਕਹਿੰਦੇ ਅਸੀਂ ਜਿੱਤ ਰਹੇ ਆ, ਲੇਕਿਨ ਜੇ ਨਾ ਜਿੱਤੇ ਤੇ ਦੂਜੇ ਨੰਬਰ ਤੇ ਵੱਟ ਤੇ ਪਏ ਆ, ਸਾਡੀ ਪਾਰਟੀ ਖੜੀ ਹੋਈ ਕਿ ਹੋਈ, ਉਹ ਵੀ ਮੁਕਾਬਲਾ ਕਾਂਗਰਸ ਨਾਲ ਮੰਨਦੇ। ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਕੇਜਰੀਵਾਲ ਸਾਹਿਬ ਦਾ ਇਹ ਕਹਿਣਾ ਕਿ ਕੰਮ ਤਾਂ ਅਸੀਂ ਕਰਨੇ ਆ, ਕੰਮ ਲੈਣੇ ਨੇ ਤਾਂ ਸਾਨੂੰ ਵੋਟ ਪਾਓ, ਇਹ ਲਾਲਚ ਹੈ, ਧਮਕੀ ਹੈ, ਇਹਨੂੰ ਕਿੱਦਾਂ ਲਈਏ? ਇਸ ਸਵਾਲ ਨੂੰ ਕਾਫੀ ਰੌਚਕਤਾ ਨਾਲ ਦੇਖਿਆ ਜਾਣਾ ਬਣਦਾ ਹੈ। ਆਮ ਤੌਰ ਤੇ ਜਦੋਂ ਮੋਦੀ ਸਾਹਿਬ ਇਹ ਕਹਿੰਦੇ ਆ ਨਾ ਕਿ ਡਬਲ ਇੰਜਨ ਦੀ ਸਰਕਾਰ, ਉਹ ਵੀ ਹੌਲੀ ਜਿਹੀ ਚੋਗਾ ਸੁੱਟਦੇ ਹੁੰਦੇ ਆ ਵੀ ਇੱਕ ਦੇ ਨਾਲ ਦੋ, ਇੱਕ ਨਾ ਇੱਕ ਫਰੀ। ਮੈਂ ਗੱਲ ਤੋਰਦਾ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਜਦੋਂ ਆਮ ਆਦਮੀ ਪਾਰਟੀ ਕਰਪਸ਼ਨ ਦੇ ਖਿਲਾਫ ਮੁਹਿੰਮ ਵਿੱਢਦੀ ਹੈ, ਆਪਣੇ ਸਿਹਤ ਮੰਤਰੀ ਨੂੰ ਫੜਦੀ ਹੈ, ਅੰਦਰ ਦੇ ਦਿੰਦੀ ਹੈ, ਉਸ ਤੋਂ ਬਾਅਦ ਉਹ ਆਪਣੇ ਇੱਕ ਹੋਰ ਵਜ਼ੀਰ ਨੂੰ ਗੱਦੀਓਂ ਲਾ ਦਿੰਦੇ ਨੇ, ਉਸ ਤੋਂ ਬਾਅਦ ਉਹ ਅਮਿਤ ਰਤਨ ਕੋਟਫੱਤਾ ਨੂੰ ਅੰਦਰ ਕਰ ਦਿੰਦੇ ਐਮਐਲਏ ਆਪਣੇ ਨੂੰ, ਤੇ ਅੱਜ ਐਮਐਲਏ ਦੇ ਬਾਪ ਦੀ ਵਾਰੀ ਆ ਜਾਂਦੀ ਆ। ਇਸ ਸਾਰੀ ਸਥਿਤੀ ਨੂੰ ਵਿਰੋਧੀ ਇੰਜ ਕਰਕੇ ਹਲਕੇ ਚ ਲੈਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਤਾਂ ਚੋਣ ਹੈ। ਜਦੋਂ ਸੰਗਰੂਰ ਦੀ ਚੋਣ ਸੀ ਉਦੋਂ ਇਹਨਾਂ ਨੇ ਆਪਣਾ ਸਿਹਤ ਮੰਤਰੀ ਫੜ ਲਿਆ ਸੀ, ਤੇ ਇਹ ਵੀ ਚੋਣ ਸਟੰਟ ਹੈ। ਪਰ ਇਹਨੂੰ ਰੀਅਲ ਅਰਥਾਂ ਦੇ ਵਿੱਚ ਕਿਵੇਂ ਸਮਝੀਏ, ਕਿਉਂਕਿ ਕੋਈ ਵਿਅਕਤੀ ਆਪਣੇ ਆਪ ਨੂੰ ਪੇਸ਼ ਕਿਉਂ ਕਰੂਗਾ ਕਿਸੇ ਚੋਣ ਲਿਹਾਜ਼ ਨਾਲ? ਕਿਸੇ ਗਲਤ ਨੂੰ ਜੇ ਹੱਥ ਪਾਇਆ ਜਾਂਦਾ ਤੇ ਉਹਨੂੰ ਵੀ ਅਸੀਂ ਸਿਆਸਤ ਦੇ ਨਜ਼ਰੀਏ ਨਾਲ ਦੇਖੀਏ ਜਾਂ ਸਰਕਾਰ ਦੀ ਇਸ ਐਕਟ ਨੂੰ ਐਪਰੀਸ਼ੀਏਟ ਕਰਨਾ ਬਣਦਾ ਹੈ? ਇਹ ਸਵਾਲ ਅੱਗੇ ਵਧਾਈ। ਅਰਵਿੰਦ ਕੇਜਰੀਵਾਲ ਦਾ ਲਗਾਤਾਰ ਨਾਰਾ ਰਿਹਾ ਹੈ ਕੱਟੜ ਇਮਾਨਦਾਰੀ। ਚਲੋ ਨਾਰਾ ਤਾਂ ਵੱਖਰੀ ਗੱਲ ਹੈ ਕਿ ਇਸ ਪਾਰਟੀ ਦਾ ਜਨਮ ਐਂਟੀ ਕਰਪਸ਼ਨ ਜਿਹੜੀ ਮੂਵਮੈਂਟ ਸੀ ਉਹਦੇ ਵਿੱਚੋਂ ਹੋਇਆ। ਅੰਨਾ ਹਜ਼ਾਰੇ ਇਹ ਸਾਰੇ ਉਸ ਪਲੇਟਫਾਰਮ ਤੋਂ ਨਿਕਲੇ ਤੇ ਉਦੋਂ ਟਾਰਗੇਟ ਸੀ ਕਾਂਗਰਸ। ਹੁਣ ਜਦੋਂ ਪਾਰਟੀ ਬੜੀ ਹੀ ਐਂਟੀ ਕਰਪਸ਼ਨ ਮੂਵਮੈਂਟ ਦੇ ਵਿੱਚੋਂ ਹੈ ਤੇ ਨੈਚੁਰਲੀ ਜਿਹੜੀ ਉਹਨਾਂ ਦੀ ਪ੍ਰਾਇੋਰਟੀ ਹੈ ਉਹ ਓਨੈਸਟ ਗੌਰਮੈਂਟ ਬਣਾਉਣੀ ਹੋਏਗੀ ਤੇ ਸਿਸਟਮ ਚੋਂ ਕਰਪਸ਼ਨ ਦੂਰ ਕਰਨਾ ਹੋਏਗਾ। ਮੈਂ ਇਹਨੂੰ ਉਸ ਫਰੇਮਵਰਕ ਦੇ ਵਿੱਚ ਦੇਖਦਾ। ਇਹ ਗੱਲ ਐਪਰੀਸ਼ੀਏਟ ਕਰਨੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਬੰਦੇ ਵੀ ਸਪੇਅਰ ਨਹੀਂ ਕੀਤੇ। ਇਹ ਨਾਰਮਲੀ ਹੁੰਦਾ ਹੈ ਕਿ ਜਿਹੜੀ ਪਾਰਟੀ ਇਨ ਪਾਵਰ ਹੁੰਦੀ ਹੈ ਉਹ ਆਪੋਜੀਸ਼ਨ ਦੇ ਬੰਦਿਆਂ ਨੂੰ ਟਾਰਗੇਟ ਕਰਦੀ ਹੈ। ਮਸਲਨ ਜਿਵੇਂ ਬੀਜੇਪੀ ਕਰ ਰਹੀ ਹੈ, ਉਹ ਚੁਣ ਕੇ ਆਪੋਜੀਸ਼ਨ ਦੇ ਬੰਦਿਆਂ ਤੇ ਈਡੀ ਭੇਜ ਰਹੇ ਹੈ, ਸੀਬੀਆਈ ਭੇਜ ਰਹੇ ਹੈ, ਇਨਕਮ ਟੈਕਸ ਦੀਆਂ ਰੇਡਸ ਹੋ ਰਹੀਆਂ। ਜਿੱਥੋਂ ਵੀ ਕੋਈ ਡਾਇਸੈਟ ਉੱਠਦੀ ਹੈ ਉਹ ਪਾਰਟੀ ਉਹਨੂੰ ਇਹ ਏਜੰਸੀਜ਼ ਯੂਜ਼ ਕਰਕੇ ਕਰਪ ਕਰਨ ਦੀ ਕੋਸ਼ਿਸ਼ ਕਰਦੀ ਹੈ। ਆਪ ਦੀ ਸਰਕਾਰ ਦਾ ਪੰਜਾਬ ਵਿੱਚ ਇਸ ਗੱਲ ਤੇ ਥੋੜਾ ਜਿਹਾ ਫਰਕ ਹੈ। ਗੱਲ ਸਿਰਫ ਡਾਇਸੈਟ ਦੀ ਨਹੀਂ,
ਜਾਂ ਆਪੋਜੀਸ਼ਨ ਦੀ ਨਹੀਂ ਹੈ। ਇਹਨਾਂ ਨੇ ਲਗਾਤਾਰ ਆਪਣੇ ਬੰਦਿਆਂ ਨੂੰ ਕਰਪਸ਼ਨ ਦੇ ਕੇਸਾਂ ਦੇ ਵਿੱਚ ਫੜਿਆ ਹੈ ਤੇ ਅੰਦਰ ਕੀਤਾ ਹੈ। ਉਸ ਤੋਂ ਬਾਅਦ ਤਾਂ ਬਾਕੀ ਕਾਨੂੰਨੀ ਕਾਰਵਾਈ ਹੈ ਜਿਹੜੀ ਚੱਲ ਰਹੀ ਹੈ, ਲੇਕਿਨ ਇਹ ਚੰਗੀ ਗੱਲ ਹੈ ਕਿ ਉਹ ਆਪਣੇ ਬੰਦਿਆਂ ਨੂੰ ਵੀ ਨਾਲ ਟਾਰਗੇਟ ਕਰ ਰਹੇ ਹੈ। ਇਸ ਕਰਕੇ ਜਿਵੇਂ ਆਪੋਜੀਸ਼ਨ ਕਹਿੰਦੀ ਹੁੰਦੀ ਹੈ ਕਿ ਸਾਡੇ ਤੇ ਐਕਸ਼ਨ ਸਿਆਸੀ ਤੌਰ ਤੇ ਲਿਆ ਜਾ ਰਿਹਾ ਹੈ, ਕਿ ਪੋਲੀਟੀਕਲ ਵਿੰਡਿਕਟਿਵਨੈਸ ਜਿਹਨੂੰ ਕਹਿੰਦੇ ਆ, ਉਹ ਇਹਨਾਂ ਦੇ ਚਾਰਜ ਇਸ ਕਰਕੇ ਨਹੀਂ ਲੱਗਦਾ ਕਿਉਂਕਿ ਆਪਣੇ ਬੰਦੇ ਨਾਲ ਉਹਨਾਂ ਨੇ 2 ਮੰਤਰੀ ਝਟਕਾਏ, ਹੁਣ ਐਮਐਲਏ ਦਾ ਪਿਓ ਫੜ ਲਿਆ, ਪਹਿਲਾਂ ਇੱਕ ਐਮਐਲਏ ਫੜ ਲਿਆ। ਸੋ ਇਹ ਕਹਿ ਸਕਦੇ ਆ ਕਿ ਉਹਨਾਂ ਦੀ ਕੰਪੇਨ ਬਰਾਬਰ ਕਰਪਸ਼ਨ ਦੇ ਖਿਲਾਫ ਚੱਲ ਰਹੀ ਹੈ। ਸਿਸਟਮ ਦੇ ਵਿੱਚ ਕਰਪਸ਼ਨ ਬਹੁਤ ਡੀਪ ਰੂਟਡ ਹੁੰਦੀ ਹੈ ਤੇ ਇਹ ਸਾਰਿਆਂ ਨੂੰ ਹੀ ਪਤਾ ਹੈ। ਕਿਤੇ ਸ਼ੁਰੂਆਤ ਹੋਣੀ ਚਾਹੀਦੀ, ਇਹਨਾਂ ਨੇ ਸ਼ੁਰੂਆਤ ਕੀਤੀ ਹੈ, ਮੇਰੇ ਖਿਆਲ ਚ ਪੋਜ਼ਿਟਿਵ ਸਾਈਨ ਹੈ ਤੇ ਅੱਗੇ ਚੱਲਣੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਤੁਸੀਂ ਜਦੋਂ ਇਹ ਕਹਿ ਰਹੇ ਹੋ ਕਿ ਬੀਜੇਪੀ ਦੇ ਉੱਤੇ ਇਲਜ਼ਾਮ ਲਾਉਂਦੀਆਂ ਨੇ ਬਾਕੀ ਸਾਰੀਆਂ ਵਿਰੋਧੀ ਪਾਰਟੀਆਂ ਔਰ ਉਹ ਸੁਪਰੀਮ ਕੋਰਟ 'ਚ ਗਈਆਂ ਕਿ ਤੁਸੀਂ ਡਾਇਰੈਕਸ਼ਨ ਦਿਓ ਸੀਬੀਆਈ ਤੇ ਈਡੀ ਪਿਛਲੇ ਸਮੇਂ ਦੇ ਵਿੱਚ ਜਿੱਥੇ ਜਿੱਥੇ ਵਿਰੋਧੀ ਸਰਕਾਰਾਂ ਉਹਨਾਂ ਦੇ ਵੱਡੇ ਆਗੂਆਂ ਤੇ ਹੀ ਹੱਥ ਪਾ ਰਹੀਆਂ ਔਰ ਇਹ ਗਿਣ ਮਿਥ ਕੇ ਹੋ ਰਿਹਾ। ਹਾਲਾਂਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਸੀ ਦਿੱਤੀ, ਪਰ ਇਹੀ ਇਲਜ਼ਾਮ ਪੰਜਾਬ ਦੇ ਵਿੱਚ ਇਹਨਾਂ ਤੇ ਲੱਗਦਾ ਰਿਹਾ ਕਿ ਇਹ ਚੁਣ ਕੇ ਕਾਂਗਰਸੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ। ਸਰਦਾਰ ਹਮੀਰ ਸਿੰਘ ਜੀ, ਬੰਦੇ ਫੜੇ ਜਾਣੇ ਇੱਕ ਸ਼ੁਭ ਸੰਕੇਤ ਹੈ ਕਰਪਸ਼ਨ ਦੇ ਵਿੱਚ, ਪਰ ਇੱਕ ਇਲਜ਼ਾਮ ਇਹਨਾਂ ਤੇ ਆਉਂਦਾ ਰਿਹਾ, ਭਾਵੇਂ ਉਹਨਾਂ ਨੇ ਸਿਹਤ ਮੰਤਰੀ ਫੜਿਆ ਡਾਕਟਰ ਸਿੰਘਲਾ, ਲੇਕਿਨ ਉਹਦੇ ਖਿਲਾਫ ਬਾਅਦ ਦੇ ਵਿੱਚ ਕੋਈ ਕਾਰਵਾਈ ਅੱਗੇ ਨਹੀਂ ਵਧੀ ਔਰ ਉਹ ਇਹਨਾਂ ਦੀ ਪਾਰਟੀ ਦੇ ਐਮਐਲਏ ਵਜੋਂ ਹੀ ਵਿਚ ਰਹੇ ਆ। ਇਸੇ ਤਰੀਕੇ ਨਾਲ ਸਰਾਰੀ ਦੇ ਖਿਲਾਫ ਵੀ ਉਹਨੂੰ ਵਜ਼ਾਰਤ ਵਿੱਚੋਂ ਤਾਂ ਹਟਾਤਾ, ਪਰ ਉਹਦੀ ਜਾਂਚ, ਉਹ ਜਿਹੜੇ ਪੈਸਿਆਂ ਦੇ ਲੈਣ ਦੇਣ ਦੀ ਆਡੀਓ ਤੁਰੀ ਫਿਰਦੀ ਸੀ, ਉਹਦੇ ਉੱਤੇ ਅੱਗੇ ਫਰਦਰ ਕੋਈ ਕਾਰਵਾਈ ਨਹੀਂ ਹੋਈ। ਤੇ ਇਹ ਡਬਲ ਸਟੈਂਡਰਡ ਵਿਰੋਧੀ ਮੰਨਦੇ ਇਹਨਾਂ ਦੇ, ਲੇਕਿਨ ਇਹਨੂੰ ਠੀਕ ਕਹਿਣਾ ਪਊਗਾ ਕਿ ਇਹਨਾਂ ਨੇ ਆਪਣੇ ਬੰਦੇ ਨੂੰ ਹੱਥ ਪਾਇਆ। ਦੂਜਾ ਮਾਮਲਾ ਅਖਲਾਕ ਦਾ ਹੈ ਕਿ ਐਮਐਲਏ ਗੋਲਡੀ ਕੰਬੋਜ ਕਹਿੰਦੇ ਆ ਕਿ ਮੇਰੇ ਫਾਦਰ ਨਾਲ ਬਿਹਤਰ ਰਿਸ਼ਤੇ ਨਹੀਂ ਹੈ, ਇਸ ਕਰਕੇ ਜਿਹੜਾ ਵਿਅਕਤੀ ਗਲਤ ਕਰੂਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਭਗਵੰਤ ਮਾਨ ਵੀ ਸੋਸ਼ਲ ਮੀਡੀਆ ਤੇ ਇਹ ਲਿਖਦੇ ਆ, ਟਵੀਟ ਕਰਦੇ ਆ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਹੁਣ ਤੁਸੀਂ ਇਹਦੇ ਉੱਤੇ ਆਪਣਾ ਵਿਊ ਪੁਆਇੰਟ ਦਿਓ। ਬਿਲਕੁਲ, ਅਸਲ ਦੇ ਵਿੱਚ ਤਾਂ ਇਹ ਪਾਰਟੀ ਐਂਟੀ ਕਰਪਸ਼ਨ ਮੂਵਮੈਂਟ ਦੇ ਸਹਾਰੇ ਆਈ ਹੈ, ਪਰ ਐਂਟੀ ਕਰਪਸ਼ਨ ਮੂਵਮੈਂਟ ਦਾ ਸਲੋਗਨ ਸਭ ਤੋਂ ਬੇਸਿਕ ਕੀ ਸੀਗਾ? ਉਹ ਸੀ ਮਜ਼ਬੂਤ ਲੋਕਪਾਲ ਦਾ, ਇੰਸਟੀਟਿਊਸ਼ਨਲਾਈਜ਼ ਕਰਨ ਦਾ ਇਸ ਐਂਟੀ ਕਰਪਸ਼ਨ, ਤਾਂ ਕਿ ਉਹ ਸਾਰੇ ਆਉਣ, ਉਹ 'ਚ ਸੱਤਾਧਾਰੀ ਵੀ ਆਵੇ, ਬਾਕੀ ਵੀ ਆਵੇ। ਔਰ ਇਸੇ ਲਈ ਵੇਟ ਇਹ ਸੀ ਕਿ ਉਹ ਕਿਸੇ ਸਰਕਾਰ ਦੇ ਪ੍ਰਭਾਵ 'ਚ ਨਾ ਹੋਵੇ, ਉਹ ਕਿਸੇ ਜੁਡੀਸ਼ਰੀ ਦੇ, ਕਿਸੇ ਹੋਰ, ਉਹ ਇੰਨਾ ਤਾਕਤਵਰ ਲੋਕਪਾਲ ਹੋਣਾ ਚਾਹੀਦਾ ਹੈ ਜਿਹਦੇ ਫੈਸਲੇ ਕੇਵਲ ਰਿਕਮੈਂਡੇਟਰੀ ਨਾ ਹੋਣ, ਸਿਫਾਰਸ਼ ਨਾ ਕਰੇ, ਉਹ ਅਲਟੀਮੇਟ ਸਜ਼ਾ ਤੱਕ ਜਾਣ। ਇਹ ਸੀ ਸਪਿਰਿਟ ਜਿਹੜੀ ਉਹ ਸਾਰੇ ਮਾਮਲੇ ਦੀ ਹੈ। ਹੁਣ ਉਧਰ ਤਾਂ ਨਹੀਂ ਜਾ ਰਹੀ ਪਾਰਟੀ, ਇਹਦੇ ਤੋਂ ਮਤਲਬ ਉਹ ਆਪਣੇ ਬੇਸਿਕ ਸਲੋਗਨ ਤੋਂ ਤਾਂ ਵਿਡਰਾ ਕਰ ਚੁੱਕੀ ਹੈ, ਕਿਉਂਕਿ ਦਿੱਲੀ ਦੇ ਵਿੱਚ ਤੀਜੀ ਵਾਰ ਸਰਕਾਰ ਹੈ ਤੇ ਇੱਥੇ ਵੀ ਸਾਲ ਹੋ ਗਿਆ, ਨਾ ਕਦੇ ਸੁਣਿਆ ਕਿ ਅਸੀਂ ਕਦੇ ਵੀ ਇਹ ਬਣਾਵਾਂਗੇ ਜਾਂ ਬਣਾ ਰਹੇ ਹਾਂ ਜਿਹਦੇ ਚੱਲਦੇ ਬੰਦੇ ਉਹ। ਔਰ ਇਹਦੇ ਚੋਂ ਇਹ ਨਜ਼ਰ ਆਉਂਦਾ ਕਿ ਉਹ ਅਧੂਰੇਪਣ ਦੇ ਵਿੱਚ ਫਿਰ ਤੁਸੀਂ ਖੇਡ ਸਕਦੇ ਹੁੰਦੇ ਹੋ ਕਿਸੇ ਹੋਰ ਚੀਜ਼ ਦੇ ਨਾਲ, ਕਿੰਨਾ ਕੁ ਅੱਗੇ ਵਧਣਾ, ਕਿੰਨਾ ਕੁ ਪਿੱਛੇ ਰਹਿਣਾ। ਤੁਸੀਂ ਉਹਨੂੰ ਆਪਣੇ ਕੰਟਰੋਲ ਚੋਂ ਬਾਹਰ ਨਹੀਂ ਕੀਤਾ ਉਸ ਗੱਲ ਨੂੰ ਕਿ ਤੁਸੀਂ ਕਿਸੇ ਹੋਰ ਅਥਾਰਟੀ ਦੇ ਕੋਲ ਚਲੇ ਗਏ ਹੋ। ਹੁਣ ਮੇਰੇ ਹੱਥ ਭਾਈ ਕੁਛ ਨਹੀਂ, ਮੇਰੇ ਬੱਚ ਕੁਛ ਨਹੀਂ, ਹੁਣ ਤਾਂ ਤੁਸੀਂ ਉੱਥੇ ਜਾਓਗੇ ਤੇ ਉੱਥੋਂ ਸੁਰਖਰੂ ਹੋਵੋਗੇ ਤਾਂ ਅਸੀਂ ਤੁਹਾਨੂੰ ਮੰਨ ਲਾਂਗੇ। ਜਿੰਨਾ ਚਿਰ ਉੱਥੋਂ ਸੁਰਖਰੂ ਨਹੀਂ ਹੁੰਦੇ ਉਹਨਾਂ ਚਿਰ ਤੁਹਾਨੂੰ ਪ੍ਰਵਾਨ ਨਹੀਂ ਕੀਤਾ ਜਾਏਗਾ। ਇਸੇ ਕਰਕੇ ਤੁਸੀਂ ਦੇਖੋ ਵਿਜੇ ਸਿੰਘਲਾ ਦਾ ਮਾਮਲਾ, 1 ਰੁਪਈਏ ਦਾ ਵੀ ਲੈਣ ਦੇਣ ਤਾਂ ਹੋਇਆ ਨਹੀਂ ਸੀ ਹਜੇ ਤੱਕ। ਉਹ ਵੀ ਇਹ ਕਹਿ ਰਿਹਾ, ਉਹ ਵੀ ਇਹ ਕਹਿ ਰਿਹਾ ਵੀ ਆਡੀਓ ਹੈ ਜੀ, ਇੱਕ ਆਡੀਓ ਚੀਫ ਮਿਨਿਸਟਰ ਨੂੰ ਦਿਖਾਈਏ। ਉਹ ਆਡੀਓ ਕਿੱਥੇ ਹੈ? ਕਿਹੜੇ ਕ੍ਰਿਮੀਨਲ ਫੋਰਸ ਦੇ ਕੋਲ ਹੈ? ਕਿਹੜੀ ਆਡੀਓ ਹੈ? ਉਹਦਾ ਚਲਾਨ ਕਿਹੜੀ ਕੋਰਟ ਦੇ ਵਿੱਚ ਪੇਸ਼ ਹੋ ਗਿਆ ਜਾਂ ਪੇਸ਼ ਹੋਣ ਦੀ ਕਿਤੇ ਸੰਭਾਵਨਾ ਹੈ? ਕੀ ਗੱਲ ਹੈ? ਕਿਤੇ ਕੋਈ ਹੋਰ ਪੋਲਿਟਿਕਸ ਲਈ ਤੁਸੀਂ ਇੱਕ ਬੰਦਾ ਰਾੜਤਾ, ਕਿਤੇ ਵੈਸੇ ਹੀ ਤੇ ਬਿਨਾਂ ਮਤਲਬ ਤੋਂ, ਜਦੋਂ ਕੋਈ ਗੱਲ ਹੀ ਨਾ ਹੋਵੇ ਤੇ ਉਸੇ ਮੋਰਲ ਪ੍ਰੈਸ਼ਰ ਦੇ ਹੇਠ ਤੁਸੀਂ ਉਹਨੂੰ ਤਾਂ ਕਮੇਟੀਆਂ ਦਾ ਮੈਂਬਰ ਬਣਾਉਣ ਤੋਂ ਲੈ ਕੇ ਸਾਰੇ ਕੰਮ ਧੰਦੇ ਤੇ ਦਿੱਲੀ ਵਿੱਚ ਕੇਜਰੀਵਾਲ ਦੀਆਂ ਮੀਟਿੰਗਾਂ ਵੀ ਇੱਥੇ ਵੀ ਮੋਹਰੀ ਤਾਂ ਨਹੀਂ ਤੋੜ ਰੱਖਿਆ ਕਿਤੇ ਇਸ ਗੱਲ ਕਰਕੇ ਕਿ ਗਲਤੀ ਤਾਂ ਹੋਊਗੀ। ਜਦੋਂ ਮਾਨਸਾ 'ਚ ਇਕੱਠ ਕਰਦਾ, ਮਾਨਸਾ 'ਚ ਇਕੱਠ ਕਰਕੇ ਇਹ ਕਹਿ ਰਿਹਾ ਕਿ ਮੈਂ, ਮੇਰਾ ਪਰਿਵਾਰ ਤੇ ਮੇਰੇ ਦੋਸਤ ਮਿੱਤਰਾਂ ਚੋਂ ਇੱਕ ਨਵੇਂ ਪੈਸੇ ਦਾ ਵੀ ਜੇ ਕਰਪਸ਼ਨ ਨਿਕਲ ਆਵੇ ਤਾਂ ਜੋ ਮਰਜ਼ੀ ਸਜ਼ਾ ਦਾ ਹੱਕਦਾਰ ਆ, ਤਾਂ ਇਟ ਮੀਨ ਜੋ ਚੈਲੰਜ ਕਿਹਨੂੰ ਹੈ? ਉਹ ਚੈਲੰਜ ਚੀਫ ਮਿਨਿਸਟਰ ਨੂੰ ਹੈ। ਚੀਫ ਮਿਨਿਸਟਰ ਨੇ ਕੋਰਟ ਬੁਲਾ ਕੇ ਅਰੈਸਟ ਕਰਾਇਆ ਬੰਦਾ, ਤੇ ਤਾਂ ਫਿਰ ਚੀਫ ਮਿਨਿਸਟਰ ਉਦੋਂ ਬਾਅਦ ਖਾਮੋਸ਼ ਕਿਉਂ ਨੇ? ਬੋਲਦੇ ਕਿਉਂ ਨਹੀਂ ਵੀ ਤੇ ਮੇਰੀ ਤੋਹੀਨ ਤੂੰ ਕਰਾ ਰਿਹਾ ਉਧਰ ਬੋਲ ਕੇ? ਔਰ
ਮੈਂ ਇਹਦੇ ਤੇ ਆਹ ਕਾਰਵਾਈ ਕਰਦਾ ਜਾਂ ਨਹੀਂ ਕਰਦਾ, ਕੀ ਕਰਦਾ, ਕੁਝ ਵੀ ਦਿਖਾਈ ਨਹੀਂ ਦਿੰਦੀ। ਕ੍ਰਿਮੀਨਲ ਸਾਈਡ ਮਿਸਿੰਗ ਹੈ। ਇਹੀ ਫੌਜਾ ਸਿੰਘ ਸਰਾਰੀ ਦੀ ਹੈ। ਉਥੋਂ ਹਟਾਉਣਾ ਇੱਕ ਗੱਲ ਹੈ, ਜੇ ਕਰਪਸ਼ਨ ਚਾਰਜ ਹੈ ਤਾਂ ਉਹ ਕਰਪਸ਼ਨ ਚਾਰਜ ਦੇ ਤਹਿਤ ਜੇ ਉਹਦੀ ਵੀ ਵੀਡੀਓ ਹੈ ਗੱਲਬਾਤ ਦੀ ਆਪਸ ਦੇ ਵਿੱਚ, ਤੇ ਉਹਦੀ ਇਨਵੈਸਟੀਗੇਸ਼ਨ ਕਰਨ ਲਈ ਤਾਂ FIR ਦਰਜ ਹੋਣੀ ਹੈ। FIR ਦਰਜ ਹੋ ਕੇ ਕ੍ਰਿਮੀਨਲ ਪਰਚਾ ਅੱਗੇ ਤੁਰਨਾ ਹੈ, ਉਹ ਕਿੱਥੇ ਹੈ? ਉਹ ਕਿਤੇ ਦਿਖਾਈ ਨਹੀਂ ਦਿੰਦਾ। ਔਰ ਫਿਰ ਰਤਨ ਕੋਲ ਬੈਠੇ ਦੇ ਪੈਸੇ ਗਿਣੇ ਜਾ ਰਹੇ ਨੇ, ਉਹਦਾ PA ਤੇ ਉਹ ਜਦੋਂ ਟਰਾਈ ਵੀ ਕਰ ਰਹੇ ਆ ਕਿ ਜੀ ਐ ਨਾ ਕਰੋ, ਉਹਦਾ ਮੋਬਾਈਲ ਨਾ ਲਓ, ਉਹ ਵੀਡੀਓ 'ਚ ਕਹਿੰਦੇ ਸੁਣ ਰਹੇ ਆ ਸਾਰੇ, ਤੇ ਜਿਹਦੀ ਮੌਜੂਦਗੀ 'ਚ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਤੇ ਉਹਨੂੰ ਇੱਕ ਦਰਵਾਜ਼ੇ ਰਾਹੀਂ ਕਿਤੋਂ ਕੱਢ ਦਿੱਤਾ ਜਾਂਦਾ। ਉਦੋਂ ਬਾਅਦ 2-3 ਦਿਨ ਤੱਕ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ, ਇੱਕ ਪ੍ਰੈਸ਼ਰ ਬਣਦਾ, ਤੇ ਉਦੋਂ ਬਾਅਦ ਉਹਦੇ ਤੱਕ ਪਹੁੰਚ ਹੁੰਦੀ ਹੈ। ਫਿਰ ਉਹ ਸਾਰਾ ਕੁਝ ਇੱਧਰ ਉੱਧਰ ਕਰਕੇ ਉਹ ਇੱਕ ਪ੍ਰਕਿਰਿਆ ਹੈ ਜਦੋਂ ਉਹਨੂੰ ਆਪਾਂ ਦੇਖਦੇ ਹਾਂ। ਤੇ ਉਹ ਕਹਿੰਦਾ ਮੇਰਾ PA ਨਾਲ ਕੋਈ ਸੰਬੰਧ ਨਹੀਂ, ਮੈਂ ਇਹਨੂੰ ਜਾਣਦਾ ਨਹੀਂ। ਲੋਕਾਂ ਨੇ ਲਿਆਂਦਾ ਵੀ ਇਹ ਇਕੱਠੇ ਪੜ੍ਹਦੇ ਸੀ, ਸਮਾਣੇ ਦਾ ਬੰਦਾ ਸੀ, ਐਂ ਕਰਦਾ ਸੀ, ਆਹ ਚੀਜ਼ਾਂ ਸੀ। ਉਹ ਇੱਕ ਅਲੱਗ ਪਹਿਲੂ ਹੈ ਵੀ ਤੁਸੀਂ ਮੁੱਕਰ ਸਕਦੇ। ਉਹ ਤਾਂ PA ਤੋਂ ਮੁੱਕਰਦਾ ਸੀ। ਅੱਜ ਵਾਲਾ ਸੱਜਣ ਜਿਹੜਾ ਉਹ ਤਾਂ ਕਹਿੰਦਾ ਮੇਰੇ ਫਾਦਰ ਨਾਲ ਹੀ ਮੇਰਾ ਕੋਈ ਰਿਲੇਸ਼ਨ ਨਹੀਂ ਹੈ ਨਾ। ਉਹ ਹਜੇ ਪਰ ਇੱਕ ਗੱਲ ਜੇ ਮੋਟੇ ਤੌਰ ਤੇ ਦੇਖੀ ਜਾਵੇ, ਹੋ ਸਕਦਾ ਨਾ ਘਰਾਂ 'ਚ ਕਲੇਸ਼ ਵੀ ਹੁੰਦੇ ਨੇ, ਨਾ ਬਣਦੀ ਹੋਵੇ, ਪਰ ਕੋਈ ਬੰਦਾ ਇਹੋ ਜਿਹਾ ਹੋਏਗਾ ਜਿਹੜਾ ਉਸੇ ਹਲਕੇ ਦਾ ਨੇੜੇ ਦਾ ਹੋਏਗਾ, ਉਹਨੂੰ ਇਹ ਪਤਾ ਹੋਵੇ ਵੀ ਬਾਪ ਪੁੱਤੀ ਤਾਂ ਬਿਲਕੁਲ ਨਹੀਂ ਬਣਦੀ, ਤੇ ਉਹ 10 ਲੱਖ ਦਾ ਸੌਦਾ ਕਰ ਲੇਗਾ ਤੇ 50,000 ਦੇ ਵੀ ਦੇਵੇਗਾ, ਤੇ ਦੇਊਗਾ ਤਾਂ ਹੀ ਨਾ ਕਿਸੇ ਨਾ ਕਿਸੇ। ਜੇ ਪ੍ਰਾਈਮਾ ਫੇਸੀ ਦੇਖੋ, ਇਹ ਜਾਂਚ ਦਾ ਵਿਸ਼ਾ ਇਹ ਨਹੀਂ ਕਿਹਾ ਜਾਂਦਾ, ਪਰ ਜਦੋਂ ਲੌਜਿਕ ਉਧਰ ਨੂੰ ਜਾਂਦੇ ਆ ਦਲੀਲ, ਤਾਂ ਦੇਗਾ ਕੋਈ ਪੈਸੇ? ਕਿਸੇ ਨੂੰ 3 ਰੁਪਏ ਨਹੀਂ ਦਿੰਦਾ ਬੰਦਾ। ਜੇ ਹੋਊਗਾ ਕੀ ਛੋਟੇ ਛੋਟੇ ਕੰਮ ਹੋਣ ਤਾਂ ਨਹੀਂ ਲੱਗੇ ਸੀ ਫਾਦਰ ਸਾਹਿਬ ਦੇ, ਉਹਦੇ ਕਿਤੇ ਹੋਰ ਛੋਟੇ ਮੋਟੇ ਹੁੰਦੇ ਹੋਣ, ਉਦੋਂ ਬਾਅਦ ਬੰਦੇ ਦਾ ਫਾਹ ਪਿਆ ਹੋਵੇ ਵੀ ਚਲ ਆਪਾਂ ਵੀ ਦੇ ਲੈਂਦੇ ਆ ਇੰਨੇ ਪੈਸੇ, ਫਿਰ ਕੀ ਫਰਕ ਪੈਂਦਾ? ਉਹਦੇ ਫਾਦਰ ਦੀ ਮੈਂ ਗੱਲ ਸੁਣੀ ਆ, ਉਹ ਕਹਿ ਰਿਹਾ ਕਿ ਬਹੁਤ ਨੇੜੇ ਹੀ ਮੇਰੇ ਖਿਲਾਫ ਸਾਜ਼ਿਸ਼ ਹੈ, ਮੇਰਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਹੜਾ ਕਿ ਹਰ ਬੰਦਾ ਉਸ ਪੱਧਰ ਤੇ ਕਹਿੰਦਾ। ਇਹ ਜਿਹੜਾ ਇੱਕ ਗੱਲ ਹੈ, ਜਾਂ ਤਾਂ ਬਹੁਤ ਸਪਸ਼ਟ ਹੋਣਾ ਪਏਗਾ। ਦੇਖੋ, ਕਰਪਸ਼ਨ ਦੇ ਮਾਮਲੇ ਹੋਣ, ਇਖਲਾਕ ਦੇ ਮਾਮਲੇ ਹੋਣ, ਇਹ ਐ ਨਹੀਂ ਜਿਗ ਜੈਗਿੰਗ ਚ ਨਹੀਂ ਚੱਲਦੇ ਹੁੰਦੇ, ਤੇ ਇਹਦੇ ਚ ਤਾਂ ਤੁਹਾਨੂੰ ਸਪਸ਼ਟ ਹੀ ਹੋਣਾ ਪੈਂਦਾ, ਜਾਂ ਉਧਰ ਦੋਨਾਂ ਦੇ ਵਿੱਚੋਂ ਤੁਸੀਂ ਕਿਹੜੇ ਪਾਸੇ ਖੜੇ ਹੋ। ਫਿਰ ਦੋਨੋਂ ਚੀਜ਼ਾਂ ਨਾਲ ਨਹੀਂ ਕਿ ਤੁਹਾਡੀਆਂ ਜੱਫੀਆਂ ਵੀ ਪੈ ਰਹੀਆਂ ਹੋਣ ਤੇ ਤੁਸੀਂ ਕਾਰਵਾਈ ਵੀ ਕਰਦੇ ਦਿਖਦੇ ਹੋ। ਇਹਦੇ ਚ ਕਲੈਰਿਟੀ ਪੋਲੀਟੀਕਲ ਧਿਰਾਂ ਜਿਹੜੀਆਂ ਵਿਰੋਧੀ ਨੇ, ਜਦੋਂ ਨੈਰੇਟਿਵ ਸਿਰਜਣਗੀਆਂ ਤਾਂ ਉਹਦਾ ਜਵਾਬ ਤੁਹਾਡੇ ਕੋਲ ਕੋਈ ਕਲੀਅਰ ਜਵਾਬ ਨਹੀਂ ਹੋਏਗਾ। ਕਲੀਅਰ ਜਵਾਬ ਇੱਕੋ ਹੀ ਹੈ। ਕਲੀਅਰ ਜਵਾਬ ਇਹ ਹੈ ਕਿ ਜਿਹੜਾ ਤੁਹਾਡਾ ਬੇਸਿਕ ਥਾਟ ਸੀ ਉਹਦੇ ਤੇ ਜਾਓ, ਪੰਜਾਬ 'ਚ ਮਜ਼ਬੂਤ ਲੋਕਪਾਲ ਬਣਾਓ ਜਾਂ ਲੋਕ ਅਯੁਕਤ ਬਣਾਓ। ਉਹ ਤੁਹਾਡੇ ਬੰਦੇ ਹੋਣ ਜਾਂ ਦੂਸਰੇ ਬੰਦੇ ਹੋਣ, ਉਹਨਾਂ ਕੋਲ ਲੋਕ ਸਧਾਰਨ ਬੰਦੇ ਅਰਜ਼ੀਆਂ ਦੇਣਗੇ ਤੇ ਉਹ ਇਨਵੈਸਟੀਗੇਟ ਕਰਾਏਗਾ। ਇਨਵੈਸਟੀਗੇਟ ਕਰਾ ਕੇ ਚਾਹੇ ਉਹ ਚੀਫ ਮਿਨਿਸਟਰ ਨੂੰ ਹਟਾਵੇ, ਚਾਹੇ ਉਹ ਮੰਤਰੀ ਨੂੰ ਹਟਾਵੇ, ਚਾਹੇ ਉਹ ਕਿਸੇ ਸਾਬਕਾ ਚੀਫ ਮਿਨਿਸਟਰ ਦੇ ਖਿਲਾਫ ਕੁਝ ਕਰੇ, ਫਿਰ ਇਹ ਗੱਲ ਉੱਥੇ ਤੱਕ ਜਾਣੀ ਚਾਹੀਦੀ ਆ। ਔਰ ਜਿਹੜੇ ਵੀ ਲੋਕ ਅਯੁਕਤ ਤੁਹਾਨੂੰ ਲੱਗਦੇ ਸੀ, ਤੁਸੀਂ ਪੁਰਾਣਾ ਕਰਨਾਟਕਾ ਵਾਲਾ ਐਕਟ ਚੱਕ ਕੇ ਉਹਦੇ ਮੁਤਾਬਕ ਹੀ ਬਣਾ ਦਿਓ, ਉਹ ਵੀ ਕਾਫੀ ਹੈ। ਬਾਕੀ ਚੀਜ਼ਾਂ ਜੇ ਨਾ ਵੀ ਕਰਨਾ ਚਾਹੋ ਜੀ। ਅਸੂਲ ਪ੍ਰਸਤੀ ਤਾਂ ਇਹ ਡਿਮਾਂਡ ਕਰਦੀ ਆ ਕਿ ਤੁਸੀਂ ਲੋਕਪਾਲ ਤੇ ਇੰਨਾ ਸੰਘਰਸ਼ ਲੜਿਆ ਤੇ ਹੁਣ ਹਰਜ ਕੀ ਆ? ਸਭ ਕੁਝ ਹੀ ਆਪਣੇ ਕੋਲ ਆ। ਇੰਨਾ ਭਾਰੀ ਬਹੁਮਤ ਕਿਸੇ ਨੇ ਕੁਸਕਣਾ ਤੱਕ ਨਹੀਂ। ਕੋਈ ਵਿਰੋਧੀ ਪਾਰਟੀ ਵਿਧਾਨ ਸਭਾ ਦੇ ਵਿੱਚ ਚੂੰ-ਚਰਾਂ ਨਹੀਂ ਕਰ ਸਕਦੀ ਵੀ ਕਰਪਸ਼ਨ ਦੇ ਖਿਲਾਫ ਕੋਈ ਬਿੱਲ ਆਇਆ ਹੋਵੇ ਤੇ ਉਹਦੇ ਉੱਤੇ ਉਹ ਭੋਰਾ ਜੰਨੀ ਵਿਰੋਧਤਾ ਵੀ ਦਰਜ ਕਰਾ ਜਾਣ, ਇੱਕ ਲਫ਼ਜ਼ ਨਹੀਂ ਕਿਸੇ ਨੇ ਬੋਲਣਾ। ਰਾਦਰ ਵੈਲਕਮ ਕਰਨਗੇ ਇਹਨੂੰ ਸਖਤ ਬਣਾਉਣ ਲਈ। 2-4 ਵਿੱਚ ਸੁਖਪਾਲ ਸਿੰਘ ਖਹਿਰਾ ਵਰਗੇ ਲਿਆ ਕੇ ਮੱਦਾਂ ਪਵਾਉਣ ਦੀ ਕੋਸ਼ਿਸ਼ ਕਰਨਗੇ ਵੀ ਆਹ ਵੀ ਪਾ ਦਿਓ। ਬਾਜਵਾ ਸਾਹਿਬ ਵੀ ਕਹਿਣਗੇ ਵੀ 2 ਲਾਈਨਾਂ ਇਹ ਵੀ ਪਾਓ, ਇੱਥੇ ਕਮੀ ਆ। ਮੈਨੂੰ ਲੱਗਦਾ ਭਗਵੰਤ ਮਾਨ ਜੀ ਅਗਲੇ ਸੈਸ਼ਨ ਤੋਂ ਪਹਿਲਾਂ ਡਰਾਫਟ ਬਣਾ ਕੇ ਤੇ ਸਾਰੇ MLAs ਨੂੰ 15-20 ਦਿਨ ਪਹਿਲਾਂ ਭੇਜ ਦਿਓ, ਤਾਂ ਕਿ ਐਨਕਾਂ ਸ਼ੈਨਕਾਂ ਸ਼ੁੱਧ ਕਰਾ ਕੇ ਪੜ੍ਹ ਲੈਣ। ਕਿਉਂਕਿ ਆਮ ਤੌਰ ਤੇ ਕਹਿੰਦੇ ਹੁੰਦੇ ਆ ਜੀ ਸਾਨੂੰ ਤਾਂ ਏਜੰਡਾ ਹੀ ਨਹੀਂ ਮਿਲਦਾ, ਸਾਨੂੰ ਤਾਂ ਬਿੱਲ ਦੀ ਕਾਪੀ ਨਹੀਂ ਮਿਲਦੀ ਜਿਹੜੀ ਡਿਸਕਸ ਕਰਨੀ ਹੁੰਦੀ ਆ, ਆਖਰੀ ਮੂਮੈਂਟ ਤੇ ਟੇਬਲ ਤੇ ਰੱਖ ਦਿੰਦੇ, ਪੜ੍ਹਨਾ ਕੀ। ਸਰਦਾਰ ਜਗਤਾਰ ਸਿੰਘ ਜੀ, ਅੱਗੇ ਦੂਜੇ ਮਾਮਲੇ ਤੇ ਆਉਣਾ ਚਾਹੁੰਦਾ। ਤੁਸੀਂ ਸਿੱਖ ਇਸ਼ੂਜ਼ ਨੂੰ ਅਕਸਰ ਐਡਰੈਸ ਕਰਦੇ ਰਹਿੰਦੇ ਹੋ, ਤੁਹਾਡੇ ਦੋਨਾਂ ਦੀ ਸਮਰੱਥਾ ਬਹੁਤ ਜ਼ਿਆਦਾ, ਮੈਨੂੰ ਇਸ ਗੱਲ ਦਾ ਅੰਦਾਜ਼ਾ ਹੈ। ਲੇਕਿਨ ਕਿਉਂਕਿ ਇਹ ਮਾਮਲਾ ਮੇਰੇ ਐਡਰੈਸ ਕਰਨ ਵਾਲਾ ਨਹੀਂ, ਮੈਨੂੰ ਲੱਗਦਾ ਮੇਰੀ ਸਮਝ ਸੀਮਤ ਹੈ, ਮੈਂ ਸਿੱਧਾ ਤੁਹਾਡੇ ਕੋਲ ਆਵਾਂ ਕਿ ਸਿੰਘ ਸਾਹਿਬ ਇੱਕ ਵਾਰੀ ਫਿਰ ਉਹ ਗੱਲ ਕਰ ਰਹੇ ਆ ਕਿ ਕੌਮ ਦੇ ਖਿਲਾਫ ਇੱਕ ਬਿਰਤਾਂਤ ਅੱਗੇ ਵਧਾਇਆ ਜਾ ਰਿਹਾ, ਇਹਨੂੰ ਰੋਕਣ ਦੀ ਲੋੜ ਆ। ਤੁਸੀਂ ਇਸ ਗੱਲ ਨੂੰ ਕਿਵੇਂ ਸਮਝਿਆ? ਪਿਛਲੇ 3 ਦਿਨ ਤੋਂ ਖਾਸ ਕਰਕੇ ਜਦੋਂ ਦਰਬਾਰ ਸਾਹਿਬ ਇੱਕ ਕੁੜੀ ਨੂੰ ਰੋਕਿਆ ਗਿਆ ਜਿਹਨੇ ਤਿਰੰਗਾ ਆਪਣੇ ਮੂੰਹ ਤੇ ਪੇਂਟ ਕੀਤਾ ਹੋਇਆ ਸੀ, ਤੇ ਉਸ ਤੋਂ ਬਾਅਦ ਲਗਾਤਾਰ ਸਿੱਖਾਂ ਦੇ ਖਿਲਾਫ ਸਸਟੇਨਡ ਕੰਪੇਨ ਖਾਸ ਕਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ। ਸੋਸ਼ਲ ਮੀਡੀਆ ਦੇ ਵਿੱਚੋਂ ਵੀ ਟਵਿੱਟਰ ਤੇ ਹੁਣ ਵੀ ਉਸੇ ਹੀ ਇੰਟੈਂਸਿਟੀ ਨਾਲ ਕੰਪੇਨ ਚੱਲ ਰਹੀ ਹੈ।
ਪਿਛਲੇ 6 ਮਹੀਨੇ ਤੋਂ ਜੇ ਤੁਸੀਂ ਸਟੱਡੀ ਕਰੋ ਟਵਿੱਟਰ ਦੀ ਤੇ ਖਾਲਿਸਤਾਨ ਹੈਸ਼ਟੈਗ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਹੈ। ਪੰਜਾਬ ਦਾ ਹੈਸ਼ਟੈਗ ਟ੍ਰੈਂਡਿੰਗ ਦੇ ਵਿੱਚ ਹੈ ਔਰ ਉਹ ਤੇ ਸਾਰੀ ਨੈਗੇਟਿਵ ਕੰਪੇਨ ਚੱਲ ਰਹੀ ਹੈ। ਇਹ ਇੱਕ ਬਹਾਨਾ ਜਿਹੜਾ ਲੇਟੈਸਟ ਹੈ ਉਹ ਦਰਬਾਰ ਸਾਹਿਬ ਵਾਲਾ ਹੈ। ਇਸ ਤੋਂ ਪਹਿਲਾਂ ਅਮਰਤਪਾਲ ਦਾ ਬਹਾਨਾ ਆਇਆ ਸੀਗਾ ਤੇ ਸਿੱਖਾਂ ਨੂੰ ਇਨ ਜਨਰਲ ਉੱਤੇ ਮਲਾਈਨ ਕੀਤਾ ਜਾ ਰਿਹਾ, ਜਿਵੇਂ ਕੈਲਕੂਲੇਟਡ ਅਟੈਕ ਹੁੰਦਾ ਇਸ ਤਰ੍ਹਾਂ ਕੀਤਾ ਜਾ ਰਿਹਾ। ਇਸ ਸੰਦਰਭ ਦੇ ਵਿੱਚ ਜਿਹੜੀ ਗੱਲ ਅੱਜ ਜਥੇਦਾਰ ਅਕਾਲ ਤਖਤ ਨੇ ਕੀਤੀ ਹੈ ਇਹ ਚੰਗੀ ਗੱਲ ਹੈ, ਇਹ ਸ਼ੁਰੂਆਤ ਹੋਣੀ ਚਾਹੀਦੀ ਹੈ। ਮੇਰੇ ਕੋਲੇ ਅੱਜ ਕਿਸੇ ਨੇ ਟਵਿੱਟਰ ਤੇ ਹੀ ਇੱਕ ਪੋਸਟ ਫਾਰਵਰਡ ਕੀਤੀ, ਮਤਲਬ ਲੈਵਲ ਕੀ ਹੈ, ਸਾਰੇ ਜਿਹੜੀ ਡਿਸਟੋਰਸ਼ਨ ਕੀਤੀ ਜਾ ਰਹੀ ਹੈ, ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਮੈਂ ਉਸ ਕੰਟੈਕਸਟ 'ਚ ਗੱਲ ਕਰਦਾ। ਦਰਬਾਰ ਸਾਹਿਬ 2 ਵਾਰੀ ਅਹਿਮਦ ਸ਼ਾਹ ਅਬਦਾਲੀ ਨੇ ਢਾਹਿਆ ਸੀ। ਉਸ ਪੋਸਟ ਵਿੱਚ ਲਿਖਿਆ ਹੋਇਆ ਹੈ ਕਿ ਅਹਿਮਦ ਸ਼ਾਹ ਅਬਦਾਲੀ ਦੇ ਢਾਉਣ ਤੋਂ ਬਾਅਦ ਇਹਨੂੰ ਮਰਾਠਿਆਂ ਨੇ ਬਣਵਾਇਆ ਸੀ ਕਿ ਇਹਦੀ ਝੀਲ ਲਫ਼ਜ਼ ਝੀਲ ਵਰਤਿਆ ਗਿਆ ਸਰੋਵਰ ਵਾਸਤੇ। ਝੀਲ ਦੀ ਸਫਾਈ ਕਰਾਈ ਤੇ ਮੁੜ ਕੇ ਮਰਾਠਿਆਂ ਨੇ ਦਰਬਾਰ ਸਾਹਿਬ ਬਣਾਇਆ। ਇਹ ਇੰਗਲਿਸ਼ ਦੇ ਵਿੱਚ ਪੋਸਟ ਹੈ ਜਿਹੜੀ ਇਹ ਹਿਸਟਰੀ ਸਾਰੇ ਮੁਲਕ ਦੀ ਰੀਰਾਈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਉਹੋ ਜਿਹਾ ਇੱਕ ਨੈਰੇਟਿਵ ਚੱਲ ਰਿਹਾ। ਹੁਣ ਸਿੱਖਾਂ ਦੀ ਇਹ ਹਿਸਟਰੀ ਡਿਸਟਾਰਟ ਕਰਕੇ ਰੀਰਾਈਟ ਕਰਨ ਦੀ ਕੋਸ਼ਿਸ਼ ਕਰਨੀ, ਇਹਦੇ ਪਿੱਛੇ ਡਿਜ਼ਾਈਨ ਕੀ ਹੈ? ਸੋ ਇਹਦਾ ਮਤਲਬ ਇਹ ਹੈ ਕਿ ਇਹ ਸੁਪਰਫਿਸ਼ੀਅਲ ਜਿਹੀ ਕੰਪੇਨ ਨਹੀਂ ਹੈ, ਇਹ ਡਿਜ਼ਾਈਨ ਹੈ ਇਹਦੇ ਪਿੱਛੇ ਕੋਈ ਨਾ ਕੋਈ ਵੀ ਕਿਉਂ ਹੈ। ਸੋ ਇਹ ਕਾਊਂਟਰ ਹੋਣੀ ਮੇਰੇ ਖਿਆਲ ਬਹੁਤ ਜ਼ਰੂਰੀ ਹੈ। ਕਿਸ ਪਲੇਟਫਾਰਮ ਤੋਂ ਹੋਣੀ ਹੈ ਇਹ ਹਜੇ ਮੈਂ ਕਹਿ ਨਹੀਂ ਸਕਦਾ, ਲੇਕਿਨ ਮੈਂ ਨਾਲ ਇੱਕ ਐਗਜ਼ਾਮਪਲ ਦਿੰਦਾ ਕਿ ਕਾਊਂਟਰ ਕਿਵੇਂ ਹੋਣੀ ਸ਼ੁਰੂ ਹੁੰਦੀ ਹੈ। ਕਿਸਾਨ ਸੰਘਰਸ਼ ਦੇ ਵਿੱਚ ਇਹੀ ਇਸ਼ੂ ਸਾਹਮਣੇ ਆਇਆ ਸੀ ਜੀ, ਜਦੋਂ ਸਿੱਧਾ ਲੇਬਲ ਲੱਗਿਆ ਵੀ ਇਹ ਤਾਂ ਖਾਲਿਸਤਾਨੀ ਇਕੱਠੇ ਹੋ ਗਏ। ਫਿਰ ਘੱਟੋ ਘੱਟ ਮੈਨੂੰ 2 ਗਰੁੱਪਾਂ ਦਾ ਪਤਾ ਹੈ, ਉਹਨਾਂ ਨੇ ਟਵਿੱਟਰ ਤੇ ਗਰੁੱਪ ਆਰਗੇਨਾਈਜ਼ ਕਰਕੇ ਉਹਨਾਂ ਨੂੰ ਬਹੁਤ ਇਫੈਕਟਿਵਲੀ ਕਾਊਂਟਰ ਕੀਤਾ ਸੀ। ਉਹ ਗਰੁੱਪ ਅੱਜ ਵੀ ਟਵਿੱਟਰ ਤੇ ਐਕਟਿਵ ਹੈਗੇ ਆ, ਉਹ ਆਪਣੇ ਢੰਗ ਨਾਲ ਕੰਪੇਨ ਕਰ ਰਹੇ। ਇਹ ਵਧੀਆ ਐਸਪੈਕਟ ਹੈ। ਵੋਲੰਟਰੀਲੀ ਮੈਨੂੰ ਕੋਈ ਬਹੁਤੇ ਬੈਕਗਰਾਉਂਡ ਨਹੀਂ ਪਤਾ, ਇੱਕ ਗਰੁੱਪ ਦੇ ਬੰਦੇ ਮੇਰੇ ਨਾਲ ਕੰਟੈਕਟ ਦੇ ਵਿੱਚ ਆਏ ਸੀਗੇ ਤਾਂ ਫਿਰ ਮੈਨੂੰ ਉਹਨਾਂ ਦੀ ਸਾਰੀ ਬੈਕਗਰਾਉਂਡ ਪਤਾ ਲੱਗੀ। ਸੋ ਉਸ ਢੰਗ ਨਾਲ ਜਿਹੜੀ ਇਹ ਕੰਪੇਨ ਹੈ ਇਹਨੂੰ ਕਾਊਂਟਰ ਕਰਨ ਦੀ ਲੋੜ ਹੈ। ਇਹ ਕਿਸਾਨੀ ਸਟਰਗਲ ਤੋਂ ਪਹਿਲਾਂ ਪੰਜਾਬ ਦੇ ਲੋਕ ਟਵਿੱਟਰ ਤੇ ਨਹੀਂ ਸੀਗੇ। ਪਤਾ ਨਹੀਂ ਇਹਨਾਂ ਨੂੰ ਸੋਸ਼ਲ ਮੀਡੀਆ ਤੋਂ ਇਹੋ ਜਿਹੇ ਤੋਂ ਕਿਉਂ ਥੋੜੀ ਜਿਹੀ ਹਿਚਕਚਾਹਟ ਹੈ। ਜਿਹੜਾ ਇੰਸਟਾਗ੍ਰਾਮ ਹੈ ਉਹ ਇਲੀਟਿਸਟ ਹੈ। ਟਵਿੱਟਰ ਤੇ ਸਾਰੀ ਜਿਹੜੀ ਟੋਟਲ ਪੋਲਿਟਿਕਸ ਹੈ ਉਹ ਇਸ ਵੇਲੇ ਟਵਿੱਟਰ ਤੇ ਚੱਲ ਰਹੀ ਹੈ ਹਰ ਤਰ੍ਹਾਂ ਦੀ, ਤੇ ਉਹਦੇ ਤੇ ਕੰਪੇਨ ਲਗਾਤਾਰ ਐਂਟੀ ਸਿੱਖ ਚੱਲ ਰਹੀ ਹੈ। ਸੋ ਜਿਹੜੀ ਗੱਲ ਜਥੇਦਾਰ ਜੀ ਕਹਿ ਰਹੇ ਹੈ ਇਹ ਕਾਊਂਟਰ ਕਰਨ ਦੀ ਲੋੜ ਹੈਗੀ ਆ। ਪਲੇਟਫਾਰਮ ਕਿਹੜਾ ਹੋਵੇ, ਇਹ ਪਬਲਿਕਲੀ ਕੋਈ ਸਾਹਮਣੇ ਸੈੱਲ ਨਹੀਂ ਹੁੰਦੇ, ਇਹ ਪਿੱਛੇ ਰਹਿ ਕੇ ਸਾਰੇ ਡਿਜ਼ਾਈਨ ਆਪਰੇਸ਼ਨ ਚੱਲਦੇ ਹੁੰਦੇ ਆ। ਸੋ ਇਹਨੂੰ ਇਹ ਦੇਖਣ ਐਸਜੀਪੀ ਵਾਲੇ ਦੇਖਣ ਵੀ ਇਹਨੂੰ ਕਿਵੇਂ ਕਾਊਂਟਰ ਕਰਨਾ ਹੈ। ਜਿਹੜਾ ਮੇਰਾ ਤਜਰਬਾ ਹੋਰ ਡਿਫਰੈਂਟ ਹੈ। ਜਿਹੜੇ ਕੋਈ ਮਾੜੇ ਮੋਟੇ ਸੈੱਲ ਇਹਨਾਂ ਦੇ ਐਕਟਿਵ ਸੀ ਵੀ ਮਸਲਨ ਅਕਾਲੀ ਦਲ ਦੇ, ਉਹ ਸਾਡੇ ਵਰਗੇ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ। ਉੱਥੇ ਇਹਨਾਂ ਦੇ ਇਹ ਨੁਕਸ ਹੈ। ਇਹ ਨਹੀਂ ਕਿ ਇਸ ਕੰਪੇਨ ਨੂੰ ਕਾਊਂਟਰ ਕਰਨਾ। ਮੈਨੂੰ ਇਹਨਾਂ ਦਾ ਕੋਈ ਸੈੱਲ ਨਜ਼ਰ ਨਹੀਂ ਆਇਆ ਜਿਹੜਾ ਇਸ ਕੰਪੇਨ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਜਿਹੜੇ ਲੋਕ ਟਵਿੱਟਰ ਤੇ ਕਾਊਂਟਰ ਕਰ ਰਹੇ ਆ ਉਹ ਆਪਣੀ ਕਪੈਸਿਟੀ ਕਾਊਂਟਰ ਕਰ ਰਿਹਾ, ਇੰਡੀਵਿਜੂਅਲ ਲੈਵਲ ਤੇ ਕਰ ਰਿਹਾ। ਇਹਨਾਂ ਵੱਲੋਂ ਕੋਈ ਐਫਰਟ ਨਹੀਂ। ਬਿਲਕੁਲ ਸਰਦਾਰ ਹਮੀਦ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਹੈ ਕਿ ਸਿੰਘ ਸਾਹਿਬ ਆਮ ਸਧਾਰਨ ਸਿੱਖਾਂ ਤੋਂ ਉਮੀਦ ਕਰ ਰਿਹਾ ਕਿ ਤੁਸੀਂ ਇਹਦਾ ਮੁਕਾਬਲਾ ਕਰੋ। ਜੇ ਉਹ ਮੁਕਾਬਲਾ ਕਰਨਗੇ ਤਾਂ ਸਤਹੀ ਪੱਧਰ ਦੀ ਬੁੱਧੀ ਨਾਲ ਪੈਦਾ ਵਿਵਾਦ ਹੋਊਗਾ, ਟਕਰਾਅ ਹੋਊਗਾ, ਜਿਹੜਾ ਕਿਸੇ ਵੀ ਸਿਹਤਮੰਦ ਸਮਾਜ ਲਈ ਚੰਗਾ ਨਹੀਂ। ਕਿਸੇ ਵੀ ਗਲਤ ਨੈਰੇਟਿਵ ਨੂੰ ਠੀਕ ਐਡਰੈਸ ਕਰਨ ਲਈ ਤੁਹਾਨੂੰ ਬਹੁਤ ਬਿਹਤਰ ਬੁੱਧੀਮਾਨ ਲੋਕ ਚਾਹੀਦੇ ਹੋਣਗੇ ਔਰ ਉਹ ਲਗਾਤਾਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਔਰ ਮਰਿਆਦਕ ਤੌਰ ਤੇ ਸਿੱਖ ਪਰੰਪਰਾਵਾਂ ਨਾਲ ਜੁੜੇ ਹੋਣੇ ਚਾਹੀਦੇ ਆ। ਅਦਰਵਾਈਜ਼ ਕੁਝ ਨਵੀਆਂ ਚੀਜ਼ਾਂ ਰਲਗੱਡ ਹੋ ਜਾਣਗੀਆਂ। ਇਹਨੂੰ ਕਿਵੇਂ ਲੈਂਦੇ ਹੋ? ਅਸਲ 'ਚ ਤਾਂ ਜਿਹੜੇ ਮਰਿਆਦਾਵਾਂ ਦੇ ਸਵਾਲ ਨੇ ਉਹ ਤਾਂ ਬੜੀ ਦੇਰ ਦੇ ਪੁਰਾਣੇ ਅੰਦਰ ਵੀ ਨੇ ਪੰਥਕ ਸਵਾਲ ਦੇ ਵਿੱਚ। ਜਿਹੜੀ ਅਕਾਲ ਤਖਤ ਤੋਂ ਜਿਹੜੀ ਮਰਿਆਦਾ ਲਾਗੂ ਹੁੰਦੀ ਹੈ ਉਹ ਸਾਰੇ ਡੇਰਿਆਂ 'ਚ ਕਿੱਧਰ ਲਾਗੂ ਹੁੰਦੀ ਹੈ? ਸਾਰੀਆਂ ਸਿੱਖ ਸੰਸਥਾਵਾਂ 'ਚ, ਸੰਪਰਦਾਵਾਂ 'ਚ ਅਲੱਗ-ਅਲੱਗ। ਹਜੇ ਤਾਂ ਉਹੀ ਮੈਨੇਜ ਨਹੀਂ ਹੋਈ, ਉਹ ਅਲੱਗ ਸਵਾਲ ਹੈ। ਇਹ ਅਲੱਗ ਗੱਲ ਹੈ ਕਿ ਅਜੇ ਤੱਕ ਇੱਕ ਗੱਲ ਦੇਖੀ ਜਾਂਦੀ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਸਿੱਖਾਂ ਦੀ ਵਾਹਦ ਜਥੇਬੰਦੀ ਦੇ ਤੌਰ ਤੇ ਪੇਸ਼ ਕੀਤਾ ਜਾਂਦਾ, ਪੰਥਕ ਜਥੇਬੰਦੀ ਦੇ ਤੌਰ ਤੇ, ਤਾਂ ਜਿਹਦੇ ਹੱਥ 'ਚ ਸ਼੍ਰੋਮਣੀ ਕਮੇਟੀ ਹੈ ਉਸੇ ਜਥੇਬੰਦੀ ਨੂੰ ਸ਼੍ਰੋਮਣੀ ਅਕਾਲੀ ਦਲ ਮੰਨਿਆ ਲਿਆ ਜਾਂਦਾ ਸਭ ਤੋਂ ਮੇਨ, ਤੇ ਉਹਦੇ ਹੱਥ 'ਚ ਹੀ ਫਿਰ ਸ਼੍ਰੋਮਣੀ ਕਮੇਟੀ ਦੇ ਅਪੁਆਇੰਟਿੰਗ ਜਥੇਦਾਰ ਜਾਂ ਕਾਰਜਕਾਰੀ ਜਥੇਦਾਰ ਜਦੋਂ ਆਉਂਦੇ ਨੇ ਤਾਂ ਇਹ ਚੀਜ਼ਾਂ ਦਾ ਵੀ ਆਪਣਾ ਇੱਕ ਰੋਲ ਹੁੰਦਾ।
ਪਰ ਮੈਨੂੰ ਲੱਗਦਾ ਕਿ ਪੋਲਿਟਿਕਸ ਵੀ ਕਿਸੇ ਕਮਿਊਨਿਟੀ 'ਚ ਵੀ ਅਲੱਗ-ਅਲੱਗ ਹੋ ਸਕਦੀ ਹੈ, 4 ਪਾਰਟੀਆਂ ਹੋ ਸਕਦੀਆਂ ਨੇ, ਕੋਈ ਜ਼ਰੂਰੀ ਥੋੜੀ ਹੈ ਕਿ ਇੱਕ ਹੀ ਹੋਵੇ, ਕਿਉਂਕਿ ਡਿਫਰੈਂਟ ਵਿਚਾਰ ਜੇ ਨਹੀਂ ਮਿਲਦੇ ਤਾਂ ਮਿਲਗੋਬਾ ਕਈ ਵਾਰ ਨਹੀਂ ਵੀ ਹੁੰਦਾ। ਪਰ ਉਦੋਂ ਵੀ ਉੱਪਰ ਉੱਠ ਕੇ ਕਮਿਊਨਿਟੀ ਦੇ ਇੰਸਟੀਟਿਊਸ਼ਨ ਵੀ ਤਾਂ ਕੁਝ ਹੋਣੇ ਚਾਹੀਦੇ ਨੇ, ਜਿਹੜੇ ਇਹ ਕਹਿਣ ਵੀ ਪੋਲਿਟਿਕਸ ਆਪਣੀ ਆਪਣੀ ਰੱਖੋ, ਕੋਈ ਗੱਲ ਨਹੀਂ, ਜਦੋਂ ਇੱਕ ਓਵਰਆਲ ਆਇਡੈਂਟੀਟੀ ਦਾ ਕੁਐਸਚਨ ਆਏਗਾ, ਉਹਨੂੰ ਕੋਈ ਹਿੱਟ ਕਰੇਗਾ ਤਾਂ ਉਹ ਕਿਹੋ ਜਿਹੀਆਂ ਸੰਸਥਾਵਾਂ ਬਣਨ, ਜਿਹੜੀਆਂ ਸੰਸਥਾਵਾਂ, ਜੇ ਆਪਾਂ ਦੇਸ਼ ਦੀ ਡੈਮੋਕ੍ਰੇਸੀ 'ਚ ਵੀ ਗੱਲ ਕਰਦੇ ਆ ਵੀ ਸਰਕਾਰ ਵਿਗੜ ਗਈ ਜੀ, ਵਿਗੜ ਜੋ ਮਰਜ਼ੀ ਕਰਦੀ ਹੈ, ਕੀ ਸਾਡੇ ਕੋਲ ਜੁਡੀਸ਼ਰੀ ਉਨੀ ਪਾਵਰਫੁਲ ਦਿਖਾਈ ਦਿੰਦੀ ਹੈ ਇੰਡੀਪੈਂਡੈਂਟ? ਕੀ ਸਾਡੇ ਕੋਲ ਹਿਊਮਨ ਰਾਈਟਸ ਕਮਿਸ਼ਨ ਐਡੇ ਪਾਵਰਫੁਲ ਦਿਖਾਈ ਦਿੰਦੇ ਨੇ ਉਸ ਮਾਮਲੇ ਦੇ ਵਿੱਚ ਕਿ ਅਸੀਂ ਉੱਥੇ ਚਲੇ ਜਾਵਾਂਗੇ? ਕੀ ਸਾਡੇ ਕੋਲ ਇਲੈਕਸ਼ਨ ਕਮਿਸ਼ਨ ਉਸ ਹੈਸੀਅਤ ਦੇ ਹੈ ਨੇ ਇੰਡੀਪੈਂਡੈਂਟ ਕਿ ਉਹ ਕਿਤੇ ਝੁਕਣਗੇ ਨਹੀਂ? ਇਹ ਜਿਹੜੇ ਸੰਸਥਾ, ਕੋਈ ਵੀ ਡੈਮੋਕ੍ਰੈਟਿਕ ਪ੍ਰਕਿਰਿਆ ਜਾਂ ਮਾਡਰਨ ਯੁੱਗ ਦੇ ਵਿੱਚ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਉਹ ਖੜਦੀ ਆ, ਉਹ ਆਪਣੇ ਪਿੱਲਰਾਂ ਤੇ ਖੜਦੀ ਆ, ਵੱਡਿਆਂ ਤੇ। ਉਹ ਪਿੱਲਰ ਕਿੱਥੇ ਨੇ ਜਿਹੜੇ ਸਿਰਜਣੇ ਪੈਂਦੇ ਨੇ ਅਸਲ ਦੇ ਵਿੱਚ? ਉਹ ਚੁਟਕੀ ਨਾਲ ਨਹੀਂ ਬੁਲਾਏ ਜਾ ਸਕਦੇ ਤੇ ਇੱਕਾ ਦੁੱਕਾ ਮੀਟਿੰਗਾਂ ਨਾਲ ਨਹੀਂ। ਔਰ ਮੈਨੂੰ ਸਗੋਂ ਇਹ ਲੱਗਦਾ ਹੁੰਦਾ ਕਿ ਜਥੇਦਾਰ ਸਾਹਿਬ ਬੁਲਾਉਣ ਇਹਦੀ ਬਜਾਏ ਇਹ ਡਿਮਾਂਡ ਤਾਂ ਜਿਨ੍ਹਾਂ ਦੀ ਸਾਖ ਖੁਰ ਰਹੀ ਹੈ ਐਸਜੀਪੀਸੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ, ਉਹਨਾਂ ਦੀ ਜ਼ਿੰਮੇਵਾਰੀ, ਉਹ ਜਥੇਦਾਰ ਸਾਹਿਬ ਨੂੰ ਅਪੀਲ ਕਿਉਂ ਨਹੀਂ ਕਰਦੇ? ਜਨਾਬ, ਸਾਡੀ ਅਪੀਲ ਹੈ, ਅਸੀਂ ਸਭ ਕੁਝ ਲਾਉਣ ਲਈ ਤਿਆਰ ਹਾਂ ਤੇ ਆਹ ਚੀਜ਼ਾਂ ਆਪਾਂ ਇਕੱਠੀਆਂ ਕਰਕੇ ਤੁਹਾਨੂੰ ਉਹ ਰੁਤਬਾ ਦੇਣ ਲਈ ਵੀ ਤਿਆਰ ਆ, ਤੁਹਾਡੇ ਸਾਰਾ ਕੁਝ ਸਿਸਟਮ ਵੀ ਬਦਲਾਂਗੇ, ਤੁਸੀਂ ਇੰਡੀਪੈਂਡੈਂਟ ਕੰਮ ਕਰੋ, ਕੋਈ ਤਣਾਅ ਨਹੀਂ ਹੋਏਗਾ। ਔਰ ਇਹਦੇ ਤੇ ਇੱਕ ਵੱਖ-ਵੱਖ ਟਾਈਪ ਦੇ ਇੰਸਟੀਟਿਊਸ਼ਨ ਨੈਟਵਰਕ ਖੜਾ ਕਰੋ। ਤਾਂ ਇੰਸਟੀਟਿਊਸ਼ਨਲ ਨੈਟਵਰਕ ਕਿਵੇਂ ਹੁੰਦਾ? ਕਿਉਂਕਿ ਟਵਿੱਟਰ ਤੇ ਕੰਮ ਕਰਨ ਵਾਲੇ ਬੰਦੇ ਜ਼ਰੂਰੀ ਨਹੀਂ ਉਹ ਆਪਣੇ ਆਪ ਕੰਮ ਕਰਦੇ ਨੇ ਜਾਂ ਬਾਕੀ ਨੇ, ਉਹਨਾਂ ਦੇ ਪਿੱਛੇ ਕੁਝ ਬ੍ਰੇਨ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਇਹਦੇ ਤੇ ਚੱਕ ਦੋ ਕੰਮ, ਹੁਣ ਆਹ 3 ਲਾਈਨਾਂ ਭੇਜਦੇ, ਹੁਣ ਇਹਨੂੰ ਫੋਲੋ ਕਰੋ ਅੱਗੇ। ਉਹ ਟੀਮ ਐਮਰਜ ਕਰਨੀ, ਉਹ ਇੱਕ ਇੰਸਟੀਚਿਊਟ ਬਣਾਉਣਾ, ਉਸ ਪੱਧਰ ਦੇ ਉੱਤੇ ਬੰਦਿਆਂ ਦਾ ਬੈਠਣਾ, ਡੇਲੀ ਉਹਦੇ ਤੇ ਨਜ਼ਰ ਰੱਖਣਾ ਤੇ ਫਿਰ ਉਹਨੂੰ ਕਾਊਂਟਰ ਕਰਨ ਦੇ ਲਈ, ਅੱਗੇ ਸਪਰੈਡ ਕਰਨ ਦੇ ਲਈ ਤਾਂ ਟੀਮਾਂ ਮਿਲ ਜਾਂਦੀਆਂ ਨੇ ਬਥੇਰੀਆਂ, ਪਰ ਉਹ ਜਿਹੜਾ ਇੱਕ ਦਿਮਾਗ ਦੇ ਤੌਰ ਤੇ ਨਿਕਲੀ ਹੋਈ ਉਹਨੂੰ ਕਾਊਂਟਰ ਕਰਨ ਦੇ ਜਿਹੜੇ ਤਰੀਕਾਕਾਰ ਹੋਏਗਾ, ਇਹ ਟੂਲ ਹੈ ਟਵਿੱਟਰ ਆਪਣੇ ਆਪ ਦੇ ਵਿੱਚ, ਆਪਣੇ ਆਪ 'ਚ ਤਾਂ ਉਹ ਕੋਈ ਚੀਜ਼ ਨਹੀਂ ਸਿਰਜ ਰਿਹਾ, ਪਰ ਉਹ ਇਸੇ ਕਰਕੇ ਉਹਨੂੰ ਕਈ ਵਾਰ ਰਵੀਸ਼ ਕੁਮਾਰ, ਜਦੋਂ WhatsApp ਯੂਨੀਵਰਸਿਟੀ, ਪਹਿਲਾਂ WhatsApp ਚੱਲਦਾ ਸੀ, ਅੱਜ ਕੱਲ੍ਹ ਟਵਿੱਟਰ ਯੂਨੀਵਰਸਿਟੀ ਹੋ ਗਈ, ਤੇ ਯੂਨੀਵਰਸਿਟੀਆਂ ਦਾ ਰੋਲ ਮਾਈਨਸ ਕਰਤਾ, ਜਿੱਥੇ ਥਾਟ ਪ੍ਰੋਸੈਸ ਚੱਲਦੇ ਸੀ, ਜਿੱਥੇ ਸੋਚੇ ਸਮਝੀਆਂ ਚੀਜ਼ਾਂ ਚੱਲਦੀਆਂ ਸੀ। ਪਰ ਮੈਨੂੰ ਲੱਗਦਾ ਇੰਨੇ ਦੇ ਬਾਵਜੂਦ ਇਹ ਚੀਜ਼ਾਂ ਅੱਗੇ ਸੋਚਣ ਵਾਲੀਆਂ ਨੇ। ਇਹ ਤੋਂ ਪਹਿਲਾਂ ਵੀ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਜੇ RSS ਦੇ 2 ਵੱਡੇ ਮੈਗਜ਼ੀਨ ਚੱਲ ਸਕਦੇ ਨੇ ਆਪਣੀ ਸਰਪ੍ਰਸਤੀ 'ਚ, ਉਹਨਾਂ ਦੇ ਆਪਣੇ ਬੰਦਿਆਂ ਦੇ ਰਾਹੀਂ, ਔਰ ਇਸੇ ਤਰ੍ਹਾਂ ਸ਼ਿਵ ਸੈਨਾ ਦਾ ਆਪਣਾ ਇੱਕ ਐਡਾ ਵੱਡਾ ਡੇਲੀ ਅਖਬਾਰ ਚੱਲ ਸਕਦਾ ਹੈ, ਔਰ ਉਹ ਸਾਰੇ ਉਹਦੀ ਅਫੀਸ਼ੀਅਲ ਲਾਈਨ ਨੂੰ ਪ੍ਰਗਟ ਕਰਦੇ ਨੇ, ਤੇ ਕਈ ਟੀਵੀ ਚੈਨਲ ਵੀ ਵੱਖ-ਵੱਖ ਸਾਧ ਬਾਬੇ ਚਲਾਈ ਜਾਂਦੇ ਨੇ ਇੰਡੀਵਿਜੂਅਲੀ ਆਪੋ ਆਪਣੀਆਂ ਗੱਲਾਂ ਕਹਿਣ ਨੂੰ, ਤਾਂ ਤੁਸੀਂ ਕਿਉਂ ਨਹੀਂ ਉਹ? ਚਾਹੇ ਕਈ ਲੋਕਾਂ ਨੇ ਕਿਹਾ ਜਦੋਂ ਇਹ ਗੱਲ ਚੱਲਦੀ ਸੀ ਨਾ ਵੀ ਉਹ ਕਿਵੇਂ ਚਲਾਉਂਦੇ ਹੁੰਦੇ ਨੇ ਜੀ, ਕਿਵੇਂ ਨਹੀਂ ਚਲਾਉਂਦੇ, ਉਹ ਪੰਥਕ ਪੂੰਜੀ ਦੇ ਨਾਲ, ਆਪਣੀ ਗੱਲ ਦੇ ਨਾਲ, ਉਹ ਕੋਈ ਪ੍ਰੋਫਿਟੇਬਲ ਧੰਦਾ ਨਹੀਂ ਹੁੰਦਾ, ਔਰ ਉਹਦੇ ਲਈ ਆਪਣੀ ਗੱਲ ਕਹਿਣ ਲਈ, ਇੱਕ ਵਰਤਾਂਤ ਖੜਾ ਕਰਨ ਲਈ ਕਿ ਸਾਡਾ ਆਫੀਸ਼ੀਅਲ ਵਰਜਨ ਜਾਣਨਾ ਇੱਥੇ ਖੜਾ ਹੋਇਆ, ਤੇ ਉਹਦੇ ਤੇ ਆਰਗੇਨਾਈਜੇਸ਼ਨਾਂ ਕਰਦੀਆਂ ਰਹੀਆਂ ਨੇ, ਧਿਰਾਂ ਕਰਦੀਆਂ ਰਹੀਆਂ ਨੇ, ਵੱਖ-ਵੱਖ ਲੋਕ ਕਰਦੇ ਰਹੇ ਨੇ ਉਹ ਸਾਰੇ ਮਾਮਲਿਆਂ ਦੇ ਵਿੱਚ। ਇਹ ਕੋਈ ਅਲੱਗ ਗੱਲ ਨਹੀਂ ਹੈ ਕਿ ਉਹ ਕਿਉਂ ਕਰਨਗੇ ਜੀ, ਇੱਕ ਇਹ ਡਿਬੇਟ ਵੀ ਚੱਲੀ ਸੀ ਜਦੋਂ ਪਹਿਲਾਂ ਇੱਕ ਗੱਲ ਇਹ ਹੋਈ ਸੀ, ਔਰ ਉਹ ਕਰਨ ਦੀ ਲੋੜ ਹੈ। ਜਿਵੇਂ ਜਥੇਦਾਰ ਸਾਹਿਬ ਨੇ ਫਿਰ ਵੀ ਬੋਲਦੇ ਨੇ, ਔਰ ਉਹ ਇੱਕ ਚੰਗੀ ਗੱਲ ਹੈ, ਮਤਲਬ ਉਹਨਾਂ ਨੇ ਕਿਹਾ ਕਿ ਸਾਡਾ ਇਮੇਜ, ਇਹਦਾ ਮਤਲਬ ਉਹ ਪ੍ਰੋਬਲਮ ਨੂੰ ਦੀ ਤਾਂ ਨਿਸ਼ਾਨਦੇਹੀ ਕਰ ਰਹੇ ਨੇ ਨਾ। ਜਦੋਂ ਇੱਕ ਸਧਾਰਨ ਬੰਦਾ ਕਹਿੰਦਾ ਹੋਰ ਗੱਲ ਹੈ, ਜਦੋਂ ਜਥੇਦਾਰ ਕਹਿੰਦੇ ਨੇ ਕਿ ਜੀ ਆਹ ਗੱਲ ਸਾਡੇ ਖਿਲਾਫ ਹੋ ਰਹੀ ਹੈ, ਤਾਂ ਇਹਦਾ ਮਤਲਬ ਉਹਦੀ ਅਪੀਲ ਜ਼ਿਆਦਾ ਹੈ, ਵੱਡੇ ਪੱਧਰ ਦੇ ਉੱਤੇ ਉਹਦੀ ਅਪੀਲ ਉਸ ਲੈਵਲ ਤੇ ਜਾਂਦੀ ਹੈ। ਇਹਦੇ ਪਿੱਛੇ ਰੀਜਨ ਇਹ ਹੈ ਕਿ ਜਿਹੜਾ ਬੜੇ ਲੰਬੇ ਸਮੇਂ ਬਾਅਦ, ਕਿਸਾਨ ਅੰਦੋਲਨ ਤੋਂ ਬਾਅਦ, ਇੱਕ ਆਇਡੈਂਟੀਟੀ ਦਾ ਕੁਐਸਚਨ, ਪੰਜਾਬ ਦੀ ਇੱਜ਼ਤ ਤੇ ਪੰਜਾਬ ਦੀ ਆਮ ਤੌਰ ਤੇ ਸਿੱਖਾਂ ਦੀ ਖਾਸ ਤੌਰ ਤੇ ਬਣੀ ਪੂਰੀ ਦੁਨੀਆ ਦੇ ਵਿੱਚ, ਦੇਸ਼ ਦੇ ਵਿੱਚ, ਉਹਨੂੰ ਡੈਂਟ ਪਾਉਣ ਦਾ ਇੱਕ ਜਿਹੜਾ ਇੱਕ ਕੁਐਸਚਨ ਹੈ ਕਿਸੇ ਵੀ ਰੂਪ ਦੇ ਵਿੱਚ। ਔਰ ਇੱਕ ਗੱਲ ਮੰਨਦੇ ਨੇ ਲੋਕ, ਟੀਵੀ ਨੈਸ਼ਨਲ ਡਿਬੇਟਰਾਂ 'ਚ ਮੈਂ ਕਈ 2-4 ਬੰਦਿਆਂ ਦੀ ਗੱਲ ਸੁਣਦਾ, ਉਹ ਕਹਿੰਦੇ ਨੇ ਜੀ ਸਿੱਖਾਂ ਨੂੰ ਪਿਆਰ ਨਾਲ ਤਾਂ ਜੋ ਮਰਜ਼ੀ ਕਰਾ ਲਓ, ਇਹਨੂੰ ਧੱਕੇ ਨਾਲ ਗੰਨ ਦਿਖਾ ਕੇ ਨਾ ਕਰਾਇਓ। ਉਹ ਉਲਟਾ ਐ ਕਰਦੇ ਨੇ, ਇੱਕ ਬੰਦਾ, ਇੱਕ ਸੱਜਣ ਇਹ ਕਹਿ ਰਹੇ ਨੇ, ਕੋਈ ਦੂਜਾ ਕਹਿ ਰਿਹਾ, ਇਟ ਮੀਨ ਕਿਤੇ ਉਹ ਡਿਜ਼ਾਈਨ ਤਾਂ ਨਹੀਂ ਵੀ ਉੱਪਰੋਂ ਪਿਆਰ ਵੀ ਰੱਖੋ ਤੇ ਅੰਦਰੋਂ ਐ ਕਰਾਂਗੇ। ਇਹ ਮੈਕੈਵਲੀਅਨ ਥਿਉਰੀ ਹੈ। ਮੈਕੈਵਲੀਅਨ ਥਿਉਰੀ ਇਹ ਹੈ ਪੋਲਿਟਿਕਸ ਦੇ ਵਿੱਚ ਕਿ ਰਾਜਾ ਦਿਆਲੂ ਹੋਣ ਦਾ, ਲੋਕਾਂ ਦਾ ਮਿੱਤਰ ਹੋਣ ਦਾ ਢੌਂਗ ਕਰੇ ਬਹੁਤ ਵੱਡੇ ਪੱਧਰ ਦੇ ਉੱਤੇ, ਅੰਦਰੋਂ ਹੋਣਾ ਨਹੀਂ ਚਾਹੀਦਾ ਦਿਆਲੂ, ਉਹਨੂੰ ਅੰਦਰੋਂ ਉਹ ਜਿਹਾ ਉਹਦਾ ਰਿਐਲਿਟੀ ਨਹੀਂ ਹੋਣੀ ਚਾਹੀਦੀ, ਤੇ ਬਾਹਰ ਜਿਹੜਾ ਵੀ ਤਸੱਦਦ ਕਰੇ ਉਹਨਾਂ ਨੂੰ ਹੋਣ ਦੇਣਾ ਚਾਹੀਦਾ, ਤੇ ਉੱਪਰ ਉਹ ਕਹੇ ਕਿ ਬਹੁਤ ਗਲਤ ਗੱਲ ਹੈ, ਤੁਸੀਂ ਤਾਂ ਆਪਣੇ ਹੋ ਸਾਡੇ, ਅਸੀਂ ਤੁਹਾਡੇ ਨਾਲ ਆ, ਕੋਈ ਫਿਕਰ ਨਾ ਕਰੋ, ਆਪਾਂ ਰਲ ਮਿਲ ਕੇ ਇਹਨੂੰ ਗੱਲ ਨੂੰ ਕਰਨਾ। ਉਹ ਜਿਹੜਾ ਇੱਕ ਡਿਜ਼ਾਈਨ ਓਵਰਆਲ ਪੁਰਾਣਾ ਪੋਲਿਟਿਕਸ ਦਾ ਚੱਲ ਰਿਹਾ ਹੈ, ਉਹ ਸ਼ਾਇਦ ਯੂਰਪ ਉਹਦੇ ਚੋਂ ਨਿਕਲ ਆਇਆ ਕਾਫੀ ਲੰਬੇ ਸਮੇਂ ਬਾਅਦ, ਅਸੀਂ ਅਜੇ ਉਹਦੇ ਚ ਇੰਟਰ ਕਰ ਰਹੇ ਹਾਂ ਮੈਨੂੰ ਤਾਂ ਲੱਗਦਾ, ਕਿਉਂਕਿ ਉਹਨੇ ਕੁ ਸਾਲ ਅਸੀਂ ਪਿੱਛੇ ਵੀ ਨਜ਼ਰ ਆਉਂਦੇ ਹਾਂ ਉਹ ਡੈਮੋਕ੍ਰੇਟਿਕ ਪੋਲਿਟੀ ਤੋਂ, ਡੈਮੋਕ੍ਰੇਟਿਕ ਪੋਲਿਟਿਕਸ ਦੇ ਵਰਤਾਂਤ ਤੋਂ।
ਔਰ ਜਥੇਦਾਰ ਸਾਹਿਬ ਨੇ ਜੇ ਇਹ ਵੀ ਕਿਹਾ ਕਿ ਅਮਰਤਪਾਲ ਸਿੰਘ ਦੀ ਜਿਹੜੀ ਧਰਮ ਪਤਨੀ ਨੇ ਉਹਨਾਂ ਨੂੰ ਕਿਉਂ ਰੋਕਿਆ ਗਿਆ, ਜੇ ਉਹਨਾਂ ਤੇ ਕੇਸ ਨਹੀਂ ਤਾਂ ਇਹ ਆਵਾਜ਼ ਸਾਰੇ ਖੇਤਰਾਂ 'ਚੋਂ ਉੱਠ ਰਹੀ, ਯਾਰ ਉੱਠਣੀ ਚਾਹੀਦੀ ਹੈ ਕਿ ਤਾਂ ਕਿ ਉਹ ਡਿਫੈਂਸਿਵ ਤਾਂ ਹੋਣ ਨਾ ਕਿਸੇ ਰੂਪ ਦੇ ਵਿੱਚ। ਮੀਡੀਆ ਬਾਕੀ ਜਿਹਦੇ ਕੰਟਰੋਲ 'ਚ ਹੈ ਉਹਦੀ ਉਹ ਹਾਜ਼ਰੀ ਭਰੇਗਾ। ਕਿਸਾਨ ਅੰਦੋਲਨ ਨੇ ਦੋ ਵੱਡੀਆਂ ਸੱਟਾਂ ਮਾਰੀਆਂ, ਇੱਕ ਕਾਰਪੋਰੇਟ ਦੀ ਫਿਲਾਸਫੀ ਤੇ, ਦੂਜੀ ਸੈਂਟਰਲਾਈਜੇਸ਼ਨ ਆਫ ਪਾਵਰ ਤੇ। ਔਰ ਉਹ ਦੋ ਸਭ ਤੋਂ ਬੜੀਆਂ ਸ਼ਕਤੀਆਂ ਨੇ ਇਸ ਸਮੇਂ। ਟੋਟਲ ਵੱਡਾ ਮੀਡੀਆ ਕਾਰਪੋਰੇਟ ਕੰਟਰੋਲ 'ਚ ਵੀ ਹੈ ਤੇ ਦੂਜੀ ਸੈਂਟਰਲ ਪਾਵਰ ਦੇ ਵੀ ਕੰਟਰੋਲ ਦੇ ਵਿੱਚ ਹੈ। ਤੇ ਇਸ ਲਈ ਉਹ ਮੀਡੀਆ ਵੀ ਤੇ ਉਹਨਾਂ ਕੋਲ ਆਈਟੀ ਵਿੰਗ ਬਾਕੀ ਵੀ ਨੇ, ਉਹ ਉਧਰ ਚੱਲਦੇ ਨੇ। ਟੱਕਰ ਵੱਡੀ ਹੈ ਉਹਦੇ ਲਈ। ਮਾਸਜ ਦੀ ਮੂਵਮੈਂਟ ਜਿਹੜੀ ਖਿੰਡ ਪੁੱਟ ਗਈ ਹੈ, ਨਾਲ ਕੇਬਲ ਨੂੰ ਨਾ ਕੇਬਲ ਕਾਊਂਟਰ ਕਰਨ ਵਾਲੇ ਟਵਿੱਟਰ, ਬਾਕੀ ਚੀਜ਼ਾਂ, ਉਹ ਬਿਨਾਂ ਤਾਕਤ ਤੋਂ ਨਹੀਂ ਹੋ ਸਕਦਾ। ਤਾਕਤ ਉਹਦੇ ਪਿੱਛੇ ਮਾਸਜ ਦੀ ਹੈ ਸਾਡੇ ਕੋਲ, ਹੋਰ ਕੋਈ ਤਾਕਤ ਨਹੀਂ। ਉਨੀ ਪੋਲੀਟੀਕਲ ਤਾਕਤ ਨਹੀਂ ਹੈ, ਉਹਨੇ ਪੈਸੇ ਦੀ ਵੀ ਓਡੀ ਵੱਡੀ ਤਾਕਤ ਨਹੀਂ ਹੈ। ਪਰ ਜਦੋਂ ਅੰਦੋਲਨ 'ਚ ਆਪ ਮੁਹਾਰੇ ਜਜ਼ਬਾਤ ਚਾਹੇ ਲੋਕ ਨੇ ਤਾਂ ਉਹਨੂੰ ਕਾਊਂਟਰ ਕਰਦੇ ਨੇ। ਜਿਹਦੇ 'ਚ ਜਿਹੜੀ ਸਕਿੱਲ ਹੈ ਉਹਦੀ ਵਰਤੋਂ ਕਾਮਨ ਮੈਨ ਲਈ ਵਰਤਣੀ ਸ਼ੁਰੂ ਕਰ ਦਿੰਦਾ ਨਿੱਜ ਤੋਂ ਹਟ ਕੇ। ਇਹੀ ਕਾਊਂਟਰ ਹੈ ਸਭ ਤੋਂ ਜ਼ਿਆਦਾ, ਔਰ ਇਹੀ ਆਉਣ ਵਾਲੇ ਦਿਨਾਂ 'ਚ ਕਾਊਂਟਰ ਹੋ ਸਕਦਾ। ਇਹਦੇ ਵਿੱਚ ਇੱਕ ਚੀਜ਼ ਸਰਦਾਰ ਹਮੀਰ ਸਿੰਘ ਜੀ ਅਹਿਮ ਹੁੰਦੀ ਆ ਕਿ ਜੇਕਰ ਕੋਈ ਲਾਈਨ ਮਿਲਦੀ ਹੋਵੇ ਪਿੱਛੋਂ, ਫਿਰ ਉਹਨੂੰ ਰੀਟਵੀਟ ਕਰਕੇ ਜਾਂ ਉਹਨੂੰ ਹੋਰ ਤਰੀਕੇ ਨਾਲ ਲੋਕ ਕਾਮਨ ਬੰਦੇ ਐਡਰੈਸ ਕਰਨ ਲੱਗ ਜਾਂਦੇ ਆ। ਸਾਡੇ ਟੀਵੀ ਦੀ ਭਾਸ਼ਾ 'ਚ ਤੁਸੀਂ ਤਾਂ ਜਾਣਦੇ ਹੀ ਹੋ, ਅਕਸਰ ਕਿਹਾ ਜਾਂਦਾ ਲਾਈਨਾਂ ਭੇਜ ਦਿਓ। ਔਰ ਇਹਦੇ ਵਿੱਚ ਕੋਈ ਬਹੁਤ ਚੰਦ ਲੋਕ ਹੁੰਦੇ ਆ ਜਿਹੜੇ ਡਿਸਾਈਡ ਕਰ ਰਹੇ ਹੁੰਦੇ ਕਿਸੇ ਨੈਰੇਟਿਵ ਨੂੰ, ਜਿਹੜੇ ਫੈਸਲਾਕੁਨ ਹੁੰਦੇ ਆ ਕਿ ਕਿਹੜੀ ਚੀਜ਼ ਨੂੰ ਕਿਵੇਂ ਅੱਗੇ ਵਧਾਉਣਾ। ਫਿਰ ਜਦੋਂ ਸਪਰੈਡ ਹੁੰਦੀ ਆ, ਫਿਰ ਉਹ ਹਜ਼ਾਰਾਂ ਲੱਖਾਂ ਤਾਦਾਦ ਦੇ ਵਿੱਚ ਲੋਕ ਉਹਦੇ ਨਾਲ ਜੁੜੇ ਹੁੰਦੇ ਆ। ਬੁਨਿਆਦੀ ਤੌਰ ਦੇ ਉੱਤੇ ਹਰ ਚੀਜ਼ ਦੀ ਸਮਝ ਹਰੇਕ ਬੰਦੇ ਨੂੰ ਹੋਵੇ ਇੰਜ ਨਹੀਂ ਹੁੰਦਾ। ਰੋਜੀ ਰੋਟੀ ਦੇ ਚੱਕਰ 'ਚ ਫਸੇ ਲੋਕਾਂ ਦੀ ਸਤਹੀ ਸਮਝ ਕਿਸੇ ਵੇਲੇ ਹੁੰਦੀ ਆ। ਉਂਝ ਪੰਜਾਬੀਆਂ ਨੂੰ ਸਿਆਸਤ ਬਹੁਤ ਬਰੀਕੀ ਨਾਲ ਸਮਝ ਆਉਣ ਲੱਗ ਗਈ ਆ। ਪੰਜਾਬੀ ਕਰਦੇ ਹੀ ਸਿਆਸਤ ਤਾਂ ਮੈਨੂੰ ਲੱਗਦਾ, ਹੋਰ ਤੇ ਬਾਕੀ ਪਾਰਟ ਟਾਈਮ ਹੀ ਸਾਰੇ ਕੰਮ ਨੇ, ਬਿਜ਼ਨਸ ਹੋਣ ਜਾਂ ਰੋਟੀ ਪਾਣੀ ਦੇ ਧੰਦੇ। ਬਹੁਤੇ ਤਾਂ ਹੁਣ ਫੁੱਲ ਟਾਈਮ ਪੋਲਿਟਿਕਸ ਹੀ ਕਰਦੇ ਆ। 5 ਮਿੰਟ ਕਿਤੇ ਦਫ਼ਤਰ 'ਚ ਕਿਸੇ ਨੂੰ ਚਾਹ ਤੇ ਮਿਲ ਜਾਣ, ਸ਼ਾਮ ਨੂੰ ਕਿਤੇ ਵਿਸਕੀ ਤੇ ਮਿਲ ਜਾਣ। ਲੋਕ ਏਦਾਂ ਇੰਟੈਂਸ ਪੋਲਿਟਿਕਸ ਕਰ ਰਹੇ ਹੁੰਦੇ ਆ। ਤੇ ਮੈਨੂੰ ਲੱਗਦਾ ਪਾਰਟੀਆਂ ਦੇ ਮੁਖੀ ਸ਼ਾਇਦ ਇੰਨੀ ਸੰਘਣੀ ਪੋਲਿਟਿਕਸ ਨਹੀਂ ਕਰਦੇ ਜਿੰਨੀ ਆਮ ਬੰਦੇ ਡਿਸਕਸ ਕਰ ਰਹੇ ਹੁੰਦੇ ਆ। ਸਰਦਾਰ ਜਗਤਾਰ ਸਿੰਘ ਜੀ, ਇਹ ਜਿਹੜਾ ਜੀ ਇਹ ਜਿਹੜੇ ਇਹ ਇਸ਼ੂ ਹੁੰਦੇ ਆ ਨਾ ਐਸੇ, ਇਹ ਮਾਸ ਲੈਵਲ ਤੇ ਡਿਸਾਈਡ ਨਹੀਂ ਹੋਇਆ ਕਰਦੇ, ਮਾਸ ਨੂੰ ਇਫੈਕਟ ਕਰਦੇ ਆ। ਲੇਕਿਨ ਇਹ ਮਾਸ ਸਪੋਰਟ ਨਾਲ ਕੋ ਵੀ ਕਾਊਂਟਰ ਹੋਣਗੇ, ਉੱਥੇ ਕਾਊਂਟਰ ਨਹੀਂ ਹੁੰਦੇ। ਇਹ ਬਕਾਇਦਾ ਪਾਰਟੀਆਂ ਨੇ ਕਰੋੜਾਂ ਰੁਪਏ ਖਰਚ ਕੇ ਆਪਣਾ ਸਿਸਟਮ ਕ੍ਰੀਏਟ ਕੀਤਾ ਹੋਇਆ। ਜਦੋਂ ਨਰਿੰਦਰ ਮੋਦੀ ਨੂੰ ਬਿਲਡ ਕਰਨਾ ਸੀਗਾ ਆਪਣਾ ਗੁਜਰਾਤ ਮਾਡਲ, ਲਗਾਤਾਰ ਇੱਕ ਕੰਪੇਨ ਚੱਲੀ। ਹੁਣ ਤਾਂ ਫਿਰ ਬਾਅਦ ਦੇ ਵਿੱਚ ਪਤਾ ਲੱਗ ਗਿਆ ਵੀ ਪ੍ਰਸ਼ਾਂਤ ਕਿਸ਼ੋਰ ਵਰਗਿਆਂ ਨੇ ਉਸ ਵੇਲੇ ਉਸ ਸਾਰੀ ਕੰਪੇਨ ਲਾਂਚ ਕੀਤੀ, ਉਹਦੇ ਵਿੱਚੋਂ ਬਹੁਤ ਕੁਝ ਨਿਕਲਿਆ ਫਿਰ ਅੱਗੇ। ਸੋ ਗਰੁੱਪ ਬਣਦੇ ਹੈ, ਉੱਥੋਂ ਇਹ ਸਾਰਾ ਕੁਝ ਆਉਂਦਾ ਹੈ। ਜਿਹੜੀ ਮਾਰਕੀਟ ਫੋਰਸਿਸ ਹੈ ਉਹ ਕਿਵੇਂ ਆਪਰੇਟ ਕਰਦੀਆਂ, ਉਸ ਤੋਂ ਬਾਅਦ ਇਹ ਜਿਹੜੇ ਇਹ ਟੂਲਸ ਹੈਗੇ ਆ ਉਹ ਮਾਰਕੀਟ ਫੋਰਸਿਸ ਕਿਵੇਂ ਯੂਜ਼ ਕਰਦੀਆਂ, ਗੱਲ ਉਹ ਦੇਖਣ ਵਾਲੀ ਹੁੰਦੀ ਹੈ। ਤੇ ਉਸ ਸਿਸਟਮ ਦੇ ਵਿੱਚ ਪੋਲੀਟੀਕਲ ਪਾਰਟੀ ਕਿਵੇਂ ਬਿਹੇਵ ਕਰਦੀਆਂ, ਉਹ ਵੀ ਅੱਗੇ ਉਹਦਾ ਇੱਕ ਪਾਰਟ ਹੈ। ਫਿਰ ਉਹ ਪਾਰਟੀਆਂ ਅੱਗੇ ਆਪਣੇ ਸੈੱਲ ਖੜੇ ਕਰਕੇ ਉਹ ਸਵੇਰੇ ਉਹਨਾਂ ਨੂੰ ਟਾਸਕ ਦੇ ਦਿੰਦੀ ਉੱਪਰੋਂ, ਕਿਆ 2 ਲਾਈਨਾਂ ਦੇਤੀਆਂ ਵੀ ਇਹਨੂੰ 10 ਮਿੰਟਾਂ 'ਚ ਸਾਰੀ ਦੁਨੀਆ 'ਚ ਘੁਮਾ ਦਿਓ। ਔਰ ਸ਼ਾਮ ਤੱਕ ਉਹ ਸਾਰੇ ਘੁੰਮਿਆ ਹੁੰਦਾ ਹੈ। ਬਿਲਕੁਲ ਠੀਕ ਹੈ। ਤੇ ਮੈਂ ਪਿਛਲੇ 3 ਦਿਨ ਤੋਂ ਇਹ ਲਗਾਤਾਰ ਐਕਸਪੀਰੀਅੰਸ ਖੁਦ ਕਰ ਰਿਹਾ ਕਿ ਕਿਸ ਢੰਗ ਨਾਲ ਇਹ ਲੋਕ ਆਪਣੀ ਕੰਪੇਨ ਰਨ ਕਰਦੇ ਹੈ। ਕਿਉਂਕਿ ਜਦੋਂ ਇਹ ਦਰਬਾਰ ਸਾਹਿਬ ਇੰਸੀਡੈਂਟ ਹੋਇਆ, ਮੈਂ ਸਿਰਫ 3 ਸੈਂਟੈਂਸ ਦੇ ਵਿੱਚ ਇਹ ਪਾਇਆ ਸੀ ਕਿ ਦਰਬਾਰ ਸਾਹਿਬ ਹੈ ਕੀ। ਉੱਥੇ ਲੋਕਾਂ ਨੇ ਇੰਨੀ ਕੰਪੇਨ ਚਲਾਈ ਦੂਜੇ ਗਰੁੱਪਾਂ ਨੇ ਤੇ ਸਿਰੇ ਲਾਤੀ। ਸੋ ਉਹ ਇੱਕ ਏਜੰਡਾ ਲੈ ਕੇ ਚੱਲਦੇ ਹੈ। ਜੇ ਇਹ ਕਹੀਏ ਕਿ ਮਾਸਟਰ ਇਹਨੂੰ ਕਾਊਂਟਰ ਕਰ ਰਹੇ, ਮਾਸਟਰ ਕਾਊਂਟਰ ਨਹੀਂ ਕਰਦੇ ਹੁੰਦੇ। ਸਸਟੇਨਡ ਕੰਪੇਨ ਚਾਹੀਦੀ ਹੈ। ਮਸਲਨ SGPC ਹੈ, SGPC ਨੂੰ ਪਾਰਟੀ ਦਾ ਤੁਸੀਂ ਨਾ ਦੇਖਿਆ ਕਰੋ ਮੇਰੇ ਖਿਆਲ ਦੇ ਵਿੱਚ ਜੀ। ਉਹਦਾ ਕਾਰਨ ਹੈ ਇਹ ਸਟੈਚੂਟਰੀ ਬੋਡੀ ਹੈ, ਇਲੈਕਸ਼ਨ ਹੈ, ਜਿਹੜਾ ਜਿੱਤ ਕੇ ਆਏਗਾ ਉਹ ਉੱਥੇ SGPC ਰਨ ਕਰੇਗਾ। ਜਿਹੜੀ ਪਾਰਟੀ ਇਲੈਕਸ਼ਨ ਜਿੱਤਦੀ ਹੈ ਉਹ ਸਰਕਾਰ ਚਲਾਉਂਦੀ ਹੈ, ਸਟੇਟ ਹੋਵੇ ਕੇਂਦਰ ਹੋਵੇ, ਉਹੀ ਸਿਸਟਮ SGPC ਦਾ ਹੈ। ਜਿਹੜੀ ਪਾਰਟੀ ਜਿੱਤੇਗੀ ਉਹ ਉਹਨੂੰ ਚਲਾਏਗੀ। ਹਾਂ, ਜੇ ਉਹ ਕੰਮ ਨਹੀਂ ਠੀਕ ਕਰਦੇ ਉਹ ਵੱਖਰਾ ਇਸ਼ੂ ਹੈ। ਲੇਕਿਨ ਉਹ ਕੋਈ ਪਾਰਟੀ ਦੀ ਬਾਡੀ ਆਪਣੇ ਆਪ ਦੇ ਵਿੱਚ ਨਹੀਂ ਹੈ, ਉਹ ਆਪਣੇ ਆਪ ਦੇ ਵਿੱਚ ਕੰਸਟੀਟਿਊਸ਼ਨਲ ਬਾਡੀ ਹੈ। ਉਹਨੂੰ ਉਸ ਢੰਗ ਨਾਲ ਦੇਖਿਆ ਜਾਵੇ। ਮੇਰੇ ਖਿਆਲ ਜਿਹੜੀਆਂ ਇਹੋ ਜਿਹੀਆਂ ਬਾਡੀਜ਼ ਹੁੰਦੀਆਂ ਉਹਨਾਂ ਨੂੰ ਇਹ
ਇਸ਼ੂ ਟੇਕ ਅਪ ਕਰਨੇ ਚਾਹੀਦੇ, ਉੱਥੇ ਇਨੀਸ਼ੀਏਟਿਵ ਨਹੀਂ ਹੈ। ਹੁਣ ਮੈਂ ਗੱਲ ਕਰਦਾ ਇੰਸਟੀਟਿਊਸ਼ਨ ਦੀ, ਥੋੜੀ ਜਿਹੀ ਐਗਜ਼ਾਮਪਲ ਦੇ ਦਿੰਦਾ, ਮੈਂ ਨਾਂ ਨਹੀਂ ਲੈਣੇ, ਉਹ ਨਾਂ ਵੀ ਲੈ ਦਿੰਦੇ। ਚੰਡੀਗੜ੍ਹ ਦੇ ਵਿੱਚ 2 ਇੰਸਟੀਟਿਊਸ਼ਨ ਬਣੇ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਸੈਕਟਰ 15 ਦੇ ਵਿੱਚ, ਅਲਟੀਮੇਟਲੀ ਉਹ ਚਲੀ ਗਈ ਡਾਕਟਰ ਜਸਬੀਰ ਸਿੰਘ ਆਹਲੂਵਾਲੀਆ ਉਹਨਾਂ ਦੇ ਖਾਤੇ ਦੇ ਵਿੱਚ, ਉਹ ਦੁਨੀਆ 'ਚ ਨਹੀਂ ਰਹੇ, ਗੱਲ ਵੱਖਰੀ ਹੈ। ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਕੋਈ ਐਕਟੀਵਿਟੀ ਨਹੀਂ ਹੈ, ਬੜੇ ਸਾਲਾਂ ਤੋਂ ਇੰਸਟੀਚਿਊਟ ਬਣੇ, ਤੀਜੇ ਸਿੰਘ ਸਭਾ ਚੰਡੀਗੜ੍ਹ ਦੇ ਵਿੱਚ ਹੈ, ਦੈਟ ਵੇ ਕੋਈ ਐਕਟੀਵਿਟੀ ਨਹੀਂ ਇਸ ਲੈਵਲ ਦੇ ਆ ਕੇ। ਇੰਸਟੀਟਿਊਸ਼ਨਸ ਹੈਗੇ ਹੈ ਵਰਚੁਅਲੀ ਨਾਨ ਫੰਕਸ਼ਨਲ ਜੀ। ਆਪ ਇਸ ਕਰਕੇ ਇਹ ਅੱਗੇ ਤੁਰਨ ਦੀ ਗੱਲ ਹੈ ਇਹਨਾਂ ਨੂੰ ਢੰਗ ਤਰੀਕੇ ਦੇ ਨਾਲ। ਜੀ, ਪਿਛਲੇ ਦਿਨਾਂ 'ਚ ਅਸੀਂ ਸਿੰਘ ਸਭਾ ਦੀ ਸਰਗਰਮੀ ਤਾਂ ਦੇਖਦੇ ਰਹੇ ਹਾਂ, ਜਿਵੇਂ ਕੁਝ ਸੈਮੀਨਾਰ ਜਾਂ ਕੁਝ ਨਾ ਕੁਝ ਛੋਟੇ-ਮੋਟੇ ਪ੍ਰੋਗਰਾਮ ਤਾਂ ਚੱਲਦੇ ਰਹਿੰਦੇ ਆ। ਅੱਗੇ ਤੋਰਨ ਦੀ ਗੱਲ ਹੈ, ਇਹਨੂੰ ਵੱਡੇ ਲੈਵਲ ਤੇ ਤੋਰਨ ਦੀ ਗੱਲ ਆ। ਸਵਾਲ ਇਸ ਚੀਜ਼ ਦਾ ਵੀ ਹੈ ਕਿ ਕੀ ਸ਼੍ਰੋਮਣੀ ਕਮੇਟੀ ਆਪਣੇ ਬਜਟ ਵਿੱਚ ਇਸ ਤਰ੍ਹਾਂ ਦੀ ਕਿਸੇ ਕੰਪੇਨ ਲਈ, ਕਿਸੇ ਟੈਕਨੀਕਸ ਲਈ ਕੁਝ ਪੈਸਿਆਂ ਦਾ ਪ੍ਰਬੰਧ ਕਰਦੀ ਹੈ, ਪ੍ਰਾਵਧਾਨ ਰੱਖਦੀ ਹੈ? ਹੁਣੇ ਬਜਟ ਲੰਘ ਕੇ ਗਿਆ, ਕੀ ਪ੍ਰਚਾਰ ਦੇ ਯੁੱਗ ਵਿੱਚ ਪ੍ਰਚਾਰ ਲਈ ਕੁਝ ਪੈਸੇ ਰੱਖੇ ਗਏ ਨੇ? ਜੇ ਧਰਮ ਪ੍ਰਚਾਰ ਵੀ ਹੈ ਤੇ ਕੀ ਉਹਦੇ ਵਿੱਚੋਂ ਸਿਰਫ ਸਹਾਇਤਾ ਹੀ ਦੇਣੀਆਂ ਨੇ, ਕਿਸੇ ਨੂੰ 50,000 ਦੇ ਦਿਓ, ਕਿਸੇ ਦੀ ਮੈਂਬਰ ਦੀ ਸਿਫਾਰਿਸ਼ ਤੇ ਲੱਖ ਦੇ ਦਿਓ, ਜਾਂ ਫਿਰ ਤੁਸੀਂ ਜੇ ਮੰਨ ਲਓ ਅਰਬ ਦਾ ਤੁਹਾਡੇ ਕੋਲ ਹੈ ਤੇ ਕੋਈ ਘੱਟੋ ਘੱਟ 100 ਕਰੋੜ ਜਾਂ 70 ਕਰੋੜ ਜਾਂ 50 ਕਰੋੜ ਤੁਸੀਂ ਇਸ ਤਰ੍ਹਾਂ ਦੀ ਕੰਪੇਨ ਲਈ ਵੀ ਰੱਖਨੇ ਹੋ, ਤਾਂ ਕਿ ਅਸੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚ ਸਕੀਏ। ਜੇ ਸਭ ਤੋਂ ਮਾਡਰਨ ਧਰਮ ਹੈ ਤੇ ਉਹਦਾ ਪ੍ਰਬੰਧ, ਗੁਰੂ ਘਰਾਂ ਦਾ ਪ੍ਰਬੰਧ ਚਲਾਉਣ ਵਾਲੇ ਲੋਕਾਂ ਦੇ ਜ਼ਿੰਮੇ ਆ ਕਿ ਉਹ ਇਹ ਲੋਕਾਂ ਤੱਕ ਆਇਡੈਂਟੀਟੀ ਦੇ ਨਜ਼ਰੀਏ ਤੋਂ, ਪਛਾਣ ਦੇ ਨਜ਼ਰੀਏ ਤੋਂ ਵੀ ਘੱਟੋ ਘੱਟ ਹਰੇਕ ਬੰਦੇ ਤੱਕ ਪੁੱਜਦੇ ਹੋਣ ਦੀ ਕੋਸ਼ਿਸ਼ ਤਾਂ ਕਰਨ। ਪੁੱਜਦੇ ਆ, ਨਹੀਂ ਪੁੱਜਦੇ ਆ, ਭਾਸ਼ਾਵਾਂ ਦੇ ਬੜੇ ਪੰਗੇ ਆ, ਹਰ ਜਗ੍ਹਾ ਇੰਗਲਿਸ਼ ਨਹੀਂ ਚੱਲਦੀ, ਵੱਖ-ਵੱਖ ਖੇਤਰੀ ਭਾਸ਼ਾਵਾਂ ਹੁੰਦੀਆਂ ਨੇ, ਨਹੀਂ ਪਹੁੰਚ ਸਕੋਗੇ, ਪਰ ਘੱਟੋ ਘੱਟ ਤੁਸੀਂ ਅੱਧੀ ਕੁ ਦੁਨੀਆ ਦੇ ਵਿੱਚ ਜਿੱਥੋਂ ਤੱਕ ਅੰਗਰੇਜ਼ੀ ਚੱਲ ਸਕਦੀ ਹੈ ਉੱਥੋਂ ਤੱਕ ਪਹੁੰਚ ਸਕਦੇ ਹੁੰਦੇ ਹੋ। ਖੈਰ, ਮੈਂ ਕੌਣ ਆ ਇਹੋ ਜਿਹੀਆਂ ਗੱਲਾਂ ਕਰਨ ਵਾਲਾ? ਇਹ ਸਿਆਣਪ ਮੈਨੂੰ ਲੱਗਦਾ ਮੈਨੂੰ ਪਾਉਣੀ ਚਾਹੀਦੀ ਜੇਬ 'ਚ ਤੇ ਅੱਗੇ ਤੁਰਨਾ ਚਾਹੀਦਾ। ਹਾਂਜੀ, ਮੈਂ ਇੱਕ ਗੱਲ ਇਹਦੇ ਤੇ ਕਰਨਾ ਚਾਹੁੰਦਾ ਕੇਵਲ, ਕਿਉਂਕਿ ਮੈਜੋਰਿਟੀ ਜਿਹੜੀ ਹੁੰਦੀ ਆ ਬਹੁਤ ਵੱਡੇ ਪੱਧਰ ਤੇ, ਜਿਹਦੇ ਕੋਲ ਰਿਸੋਰਸਸ ਅਥਾਹ ਹੁੰਦੇ ਨੇ, ਇਕਨੋਮੀ ਦੇ ਵੀ, ਬਾਕੀ ਵੀ, ਟੈਲੈਂਟ ਵੀ, ਕੇਵਲ ਪ੍ਰੋਫੈਸ਼ਨਲਿਜ਼ਮ ਨਹੀਂ ਕਰਦਾ ਕੰਮ। ਜੇ 1.25 ਸਾਲ ਕਿਸਾਨ ਅੰਦੋਲਨ ਨੇ ਕਾਊਂਟਰ ਕੀਤਾ ਤਾਂ ਪਬਲਿਕ ਸਪੀਅਰ 'ਚ ਕੀਤਾ। ਕਿਹਨੇ ਪ੍ਰੋਫੈਸ਼ਨਲੀ ਉਹਨੂੰ ਚੈੱਕ ਕੀਤਾ ਜੀ, ਕਿਹਨੇ ਉਹਨੂੰ ਪੈਸੇ ਦਿੱਤੇ, ਕਿਹਨੇ ਉਹਨੂੰ ਖੜਾਇਆ, ਉਹਦਾ ਕਾਰਨ ਸੀ। ਪਰ ਇੱਕ ਗੱਲ ਅਸੀਂ ਜਚਾਤੀ ਸਾਰਿਆਂ ਨੂੰ, 150 ਕੰਟਰੀ 'ਚ ਬੈਠਾ ਪੰਜਾਬੀ ਬੰਦਾ ਤੇ ਸਿੱਖ ਖਾਸ ਤੌਰ ਤੇ, ਇਹ ਮੁਕਾਬਲਾ ਇੱਥੋਂ ਨਹੀਂ ਹੋਇਆ ਬੈਠ ਕੇ, ਇਹ ਮੁਕਾਬਲਾ ਦੁਨੀਆ ਪੱਧਰ ਦੇ ਮੀਡੀਆ ਤੋਂ ਆਇਆ, ਇੰਟਰਨੈਸ਼ਨਲ ਮੀਡੀਆ ਤੋਂ। ਜਦੋਂ ਉੱਥੇ ਬੈਠੇ ਬੰਦਿਆਂ ਨੂੰ ਇਹ ਸਮਝ ਆਉਣੀ ਸ਼ੁਰੂ ਹੋਈ ਕਿ ਸਾਡੀ ਜ਼ਿੰਮੇਵਾਰੀ ਹੈ, ਸਾਡੀ ਆਇਡੈਂਟੀਟੀ ਦਾ ਕੁਐਸਚਨ ਹੈ, ਅਸੀਂ ਅਸਲ ਦੇ ਵਿੱਚ ਬੰਦਿਆਂ ਨੂੰ ਪੋਲੀਟੀਕਲੀ ਜੋੜਨਾ ਹੈ ਤੇ ਸੋਸ਼ਲੀ ਜੋੜਨਾ ਹੈ, ਕਿ ਇਹ ਸਾਡਾ ਸਾਂਝਾ ਇਸ਼ੂ ਹੈ, ਇਹਦੇ 'ਚ ਅਸੀਂ ਫਰੈਗਮੈਂਟਡ, ਅਸੀਂ ਲੜਦੇ ਵੀ ਹਾਂ, ਇਹਨਾਂ ਤੇ ਨਹੀਂ ਲੜਨਾ। ਜਦੋਂ ਨਹੀਂ ਲੜਨਾ ਤਾਂ ਜਿਹੜਾ ਵੀ ਬੰਦਾ ਜਿੱਥੇ ਬੈਠਾ ਹੈ ਉਹ ਆਪਣੀ ਲਿਆਕਤ ਮੁਤਾਬਕ, ਆਪਣੇ ਮੁਤਾਬਕ ਹਰ ਸਪੀਅਰ 'ਚ ਲੜਦਾ, ਆਪਣੇ ਆਪ ਵਾਰੀਅਰ ਹੁੰਦਾ, ਉਹ ਹਰ ਫੀਲਡ ਦਾ ਵਾਰੀਅਰ ਹੁੰਦਾ। ਟਰਾਲੀ ਟਾਈਮ 'ਚ ਨਿਕਲ ਜਾਂਦਾ ਉਸ ਕਿਸਾਨਾਂ ਦੇ ਉੱਥੇ ਜਾ ਕੇ, ਜਦੋਂ ਇੱਕ ਰੈਗੂਲਰ ਅਖਬਾਰ ਡੇਲੀ ਉਹ ਬੈਠੇ ਕਹਿੰਦੇ ਆਪਾਂ ਵਿਹਲੇ ਕੀ ਕਰਦੇ ਆ। ਚਲੋ ਜਿਹੜੇ ਬੰਦੇ ਜਾਂਦੇ ਨੇ ਉਹਨਾਂ ਦੇ ਦਿਮਾਗ 'ਚ ਇਹ ਆ ਜਾਂਦਾ ਕਿ ਅਖਬਾਰ ਚੱਲਦਾ, ਤੇ ਟਰੈਕਟਰ ਟੂ ਟਵਿੱਟਰ ਜਿਹੜਾ ਹੈ ਉਹ ਵੀ ਉੱਥੇ ਇੱਥੋਂ ਹੀ ਗਏ ਮੁੰਡੇ ਜਿਹੜੇ ਨਾਰਮਲੀ ਬੇਰੁਜ਼ਗਾਰ ਸੀ, ਤੇ ਵਿੱਚ ਇੱਕ ਦੋ ਜਰਨਲਿਸਟਾਂ ਦਾ ਰੋਲ ਜਿਹੜਾ ਸੀ ਉਹ ਵੀ ਉਸ ਢੰਗ ਨਾਲ ਨਿਕਲ ਜਾਂਦਾ। ਇਹ ਠੀਕ ਹੈ ਕਿ ਉਦੋਂ ਬਾਅਦ ਉਹ ਬੰਦ ਹੁੰਦਾ। ਜਦੋਂ ਸੋਸਾਇਟੀ ਚਾਰਜਡ ਹੋਏਗੀ ਉਦੋਂ ਉਹ ਚੀਜ਼ਾਂ ਕੰਮ ਕਰਦੀਆਂ ਨੇ ਔਰ ਉਹ ਸਸਟੇਨ ਉਸ ਲੈਵਲ ਤੇ। ਜਦੋਂ ਤੁਸੀਂ ਫਰੈਗਮੈਂਟਡ ਹੋ ਜਾਓਗੇ ਉਦੋਂ ਮੇਰੇ ਖਿਆਲ ਨਾਲ ਦੋਨੋਂ ਚੀਜ਼ਾਂ ਸਪਲੀਮੈਂਟਰੀ ਨੇ। ਇਹ ਤੁਸੀਂ ਕੱਲਾ ਮੁਕਾਬਲਾ ਉਸ ਢੰਗ ਨਾਲ ਨਹੀਂ ਕਰ ਸਕਦੇ। ਮਿਨੋਰਟੀ ਨੂੰ ਆਪਣੇ ਜੱਟ ਜੋੜ, ਆਪਣਾ ਏਕਾ, ਆਪਣੀ ਸੈਂਟੀਮੈਂਟ ਦਾ ਇਕਜੁੱਟ ਕਰਨਾ ਇੱਕ ਪਲੇਟਫਾਰਮ ਤੇ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਮੈਨੂੰ ਲੱਗਦਾ, ਔਰ ਜਿਵੇਂ ਕਿ ਯਹੂਦੀ ਕਰਦੇ ਆਏ ਨੇ ਪਿਛਲੇ ਸਮੇਂ ਤੋਂ। ਪਰ ਸਰਦਾਰ ਹਰਮੀਤ ਸਿੰਘ ਜੀ, ਇੱਕ ਇਹਦੇ ਵਿੱਚ ਸਵਾਲ ਐਡਰੈਸ ਕਰਨ ਵਾਲਾ ਕਰੋ ਤੁਸੀਂ ਨਾਲ ਹੀ, ਕਿ ਜਦੋਂ ਭਾਵਨਾਤਮਕ ਵੇਗ ਨਹੀਂ ਹੁੰਦੇ ਉਦੋਂ, ਕਿਉਂਕਿ ਜਦੋਂ ਕਿਸਾਨ ਮੂਵਮੈਂਟ ਚੱਲ ਰਹੀ ਸੀ ਇੱਥੇ ਲੱਗਦੀ ਸੀ ਦਿਲ ਤੇ, ਇੱਥੇ ਘਰੇ ਬੈਠਾ ਬੰਦਾ ਵੀ ਕਹਿੰਦਾ ਸੀ ਯਾਰ ਲੋੜੇ ਦਾ ਮੀਂਹ ਪੈਣ ਡਿਆ, ਸਾਡੇ ਬੰਦਿਆਂ ਦੇ ਤੇ ਥੱਲੇ ਵੀ ਪਾਣੀ ਤੇ ਉੱਤੇ ਵੀ ਪਾਣੀ, ਯਾਰ ਇਹ ਤਾਂ ਕੋਰਾ ਪੈਣ ਡਿਆ, ਤੇ ਉਹ ਟੂਟੀਆਂ ਥੱਲੇ ਸਰਦੀ 'ਚ ਵੀ ਸਵੇਰੇ ਨਹਾ ਲੈਂਦੇ ਨੇ। ਜਦੋਂ ਅੱਗੇ ਕਿੱਲ ਲੱਗੇ ਦਿਸਦੇ ਆ, ਜਦੋਂ ਧੂ ਪੈਂਦੀ ਕਾਲਜੇ ਨੂੰ, ਦੁਨੀਆ ਭਰ 'ਚ ਬੈਠੇ ਲੋਕ ਆਪਣੇ ਬੱਚਿਆਂ ਲਈ, ਪਿਓਾਂ ਲਈ, ਧੀਆਂ ਲਈ, ਉਹ ਸਾਰਾ ਫਿਰ ਅੰਦਰ ਜਿਹੜਾ ਵੇਗ ਹੁੰਦਾ ਇਕੱਠਾ ਹੋ ਕੇ ਇੱਕ ਜਗ੍ਹਾ ਖੜਦਾ। ਮਤਲਬ ਜੇ ਉਹ ਵੇਗ ਆਮ ਦਿਨਾਂ 'ਚ ਨਾ ਹੋਵੇ, ਲੇਕਿਨ ਇਹ ਕੰਪੇਨਸ ਅਨਸਰ ਦੀ ਲੋੜ ਬਣ ਜਾਣ,
ਪੰਜਾਬੀ ਦੀ ਵੀ ਕੰਪੇਅਰ ਹੋ ਸਕਦੀ ਆ, ਸਮੁੱਚੇ ਪੰਜਾਬੀਆਂ 'ਚ ਧਰਮਾਂ ਤੋਂ ਪਰੇ ਵੀ ਪੰਜਾਬ ਤੇ ਵੀ ਅਟੈਕ ਹੁੰਦੇ ਰਹਿੰਦੇ ਆ। ਇਹ ਕਿਸੇ ਧਰਮ ਦੀ ਵੀ ਹੋ ਸਕਦੀ ਹੈ, ਕਿਸੇ ਖਾਸ ਧਾਰਾ ਦੀ ਵੀ ਹੋ ਸਕਦੀ ਹੈ। ਸੋ ਮੇਰਾ ਮਤਲਬ ਕਿ ਇੱਕ ਵਿਧੀਵਤ ਤਰੀਕਾ ਜਦੋਂ ਸਿੰਘ ਸਾਹਿਬ ਇਹ ਸ਼ਿਕਵਾ ਜਿਹਾ ਕਰਦੇ ਆ, ਤੇ ਨਾਲ ਨਾਲ ਸੰਗਠਨਾਤਮਕ ਚੀਜ਼ਾਂ ਵੀ ਤਾਂ ਹੋਣੀਆਂ ਚਾਹੀਦੀਆਂ। ਹਰ ਵੇਲੇ ਭਾਵਨਾਤਮਕ ਵਿਵੇਕ ਸ਼ਬਦ ਨਹੀਂ ਹੁੰਦੇ। ਕੀ ਕਹਿਣਾ ਤੁਹਾਡਾ? ਨਹੀਂ, ਮੈਂ ਕਿਹਾ ਕਿ ਇੰਸਟੀਟਿਊਸ਼ਨ ਬਿਲਡ ਕਰਨੀਆਂ ਪੈਣਗੀਆਂ। ਹਾਂ, ਉਹ ਇੰਸਟੀਟਿਊਸ਼ਨ ਜੋ ਹੁੰਦੀਆਂ ਨੇ ਅਲੱਗ, ਜਿਹੜੀਆਂ ਨੂੰ ਅਸੀਂ ਬਿਲਡ ਕਰਦੇ ਆ ਉਸ ਪੱਧਰ ਤੇ। ਇਹ ਟੈਂਪਰੇਰੀ ਫੈਨੋਮੈਨਾ ਨਹੀਂ, ਚਾਰ ਬੁੱਧੀਜੀਵੀ ਬਿਠਾਏ ਚ ਐ ਹੋ ਗਿਆ ਜੀ, ਦੋ ਹੋਏ ਤੇ ਇਸ ਲੈਵਲ। ਜਿਵੇਂ ਪਹਿਲਾਂ ਕੀ ਸਵਾਲ ਇੰਸਟੀਟਿਊਸ਼ਨ, ਜਿਵੇਂ ਇੰਡਸਟਰੀ ਨੇ CII ਤੇ ਚੈਂਬਰ ਆਫ ਕਮਰਸ ਬਣਾਇਆ ਆਪਣੇ ਲਈ, ਉਹ ਹਰ ਗੱਲ ਲਈ ਲਗਾਤਾਰ ਆਰਗੂਮੈਂਟ ਵੀ ਕਰਦੇ ਨੇ, ਬਾਕੀ ਵੀ ਹੈ। ਤੇ ਜੇ ਰੂਰਲ ਬੈਲਟ ਲਈ ਦੇਖੀਏ, ਕੌਣ ਹੈ? ਕੋਈ ਨਹੀਂ ਹੈ। ਇਸੇ ਤਰ੍ਹਾਂ ਸਿੱਖੀ ਦੇ ਮਾਮਲੇ 'ਚ ਸਾਡੇ ਕੋਲ ਇੰਸਟੀਟਿਊਸ਼ਨ ਜ ਸੀਗੀਆਂ ਕੁਛ, ਔਰ ਜਿਹਨੂੰ ਹੋਰ ਬਣਾਉਣ ਦਾ ਕੁਐਸਚਨ ਹੈ, ਜਾਂ ਜਿਹੜੇ ਪੰਜਾਬ ਦੇ ਮਾਮਲੇ ਦੇ ਵਿੱਚ ਵੀ ਹੈ, ਜਿਵੇਂ ਪਾਣੀਆਂ ਦਾ ਮਾਮਲਾ ਹੈ, ਮੰਨ ਲਓ ਅੱਜ ਤੱਕ ਅਸੀਂ ਕਲੀਅਰ ਪਰਸਪੈਕਟਿਵ ਨਾਲ ਬਾਹਰਲੀ ਦੁਨੀਆ ਨੂੰ ਦੱਸ ਸਕਿਆ ਕਿਤੇ ਜਾਏ ਆ ਕਿ ਸਾਡਾ ਮਾਮਲਾ ਕੀ ਹੈ ਤੇ ਕੀ ਨਹੀਂ ਹੈ, ਜਾਂ ਉਸ ਪੱਧਰ ਦੇ ਉੱਤੇ ਜਿਹੜਾ ਸਿਸਟਮ ਹੈ। ਔਰ ਦੂਜੀ ਗੱਲ, ਜਿਹੜੀਆਂ ਮਿਨੋਰਟੀਜ਼ ਨੇ, ਮੇਰਾ ਖਿਆਲ ਹੈ ਉਹ ਭਾਵਨਾਵਾਂ ਤੋਂ ਬਿਨਾਂ ਰਨ ਨਹੀਂ ਹੁੰਦੀਆਂ, ਲੌਜਿਕ ਤੇ ਭਾਵਨਾਵਾਂ ਨਾਲੋਂ ਨਾਲ ਚੱਲਦੀਆਂ ਨੇ। 600 ਸਾਲ ਦੀ ਪੰਜਾਬ ਦੀ ਹਿਸਟਰੀ ਆ, 8-10 ਸਾਲ ਤੋਂ ਬਿਨਾਂ ਕੋਈ ਨਹੀਂ ਗੁਜ਼ਰੇ ਜਿੱਥੇ ਪੰਜਾਬ ਮੂਵਮੈਂਟ 'ਚ ਨਹੀਂ ਹੁੰਦਾ। ਮੂਵਮੈਂਟ ਦਾ ਮਤਲਬ ਹਮੇਸ਼ਾ ਹੀ ਧਰਨੇ ਤੇ ਲੜਾਈ ਨਹੀਂ, ਮਤਲਬ ਇੱਕ ਚਾਰਜਡ ਮੁਹਿੰਮਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ ਉਸ ਪੱਧਰ ਦੇ ਉੱਤੇ ਆਪੋ ਆਪਣੇ ਤਰੀਕਿਆਂ ਦੇ ਨਾਲ। ਆ ਪਿੱਛੇ 20 ਸਾਲ ਗਏ ਸੀਗੇ ਮਿਲੀਟੈਂਸੀ ਤੋਂ ਬਾਅਦ, ਇੱਕ ਲੰਘੇ ਜ਼ਿਆਦਾ ਵੱਡਾ ਟਾਈਮ, ਥੋੜਾ ਜਿਹਾ ਜ਼ਿਆਦਾ ਕੰਪੈਰੇਟਿਵਲੀ, ਕਿਉਂਕਿ ਉਹ 'ਚ ਲਾਸ ਬਹੁਤ ਵੱਡਾ ਹੋਇਆ। ਔਰ ਉਹਨੂੰ ਹਰ ਸਮੇਂ ਅਲਰਟ ਰਹਿਣ ਦਾ ਮਤਲਬ ਨਾਲ ਇਹ ਵੀ ਹੁੰਦਾ ਕਿ ਤੁਸੀਂ ਆਪਣੇ ਬੰਦੇ ਟ੍ਰੇਡ ਕਿਵੇਂ ਕਰਨੇ ਨੇ, ਹਾਈਲੀ ਐਜੂਕੇਟਡ ਕਿਵੇਂ ਬਣਾਉਣੇ ਨੇ, ਐਡਮਿਨਿਸਟ੍ਰੇਟਿਵ ਫੋਰਸਾਂ 'ਚ ਕਿਵੇਂ ਭੇਜਣੇ ਨੇ, IT ਸੈਕਟਰ 'ਚ ਕਿਵੇਂ ਭੇਜਣੇ ਨੇ, ਵੱਖ-ਵੱਖ ਕਿਵੇਂ ਭੇਜਣੇ। ਉਹ ਇੰਸਟੀਟਿਊਸ਼ਨ ਜਾਂਦੀਆਂ ਨੇ, ਜਿਵੇਂ RSS ਵਰਕ ਕਰਦੀ ਹੈ ਸਾਡੇ ਸਾਹਮਣੇ, ਕਿ ਪੂਰੇ ਐਡਮਿਨਿਸਟ੍ਰੇਸ਼ਨ 'ਚ ਤੇ ਸਮੇਤ ਮਿਲਟਰੀ 'ਚ ਤੁਹਾਡੇ ਬੰਦੇ ਕਿ ਕਿਵੇਂ ਚਲੇ ਗਏ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲੱਗਣ ਤੋਂ ਲੈ ਕੇ, ਪ੍ਰੋਫੈਸਰ ਲੱਗਣ ਤੋਂ ਲੈ ਕੇ, ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਜਾਂਦੇ ਨੇ। ਉਹ ਇੱਕ ਸਮੁੱਚੀ ਪਲਾਨਿੰਗ ਦੀ ਗੱਲ ਹੈ, ਓਵਰਆਲ ਇੰਸਟੀਟਿਊਸ਼ਨ ਉਹਦੇ ਨਾਲ ਬਿਲਡ ਹੋਣਗੇ ਮੇਰੇ ਖਿਆਲ ਜੀ। ਮੈਨੂੰ ਲੱਗਦਾ ਇੱਥੇ ਸਰਦਾਰ ਜਗਤਾਰ ਸਿੰਘ ਜੀ ਗੱਲ ਹੋਰ ਲੰਬੀ ਹੋ ਸਕਦੀ ਹੈ, ਪਰ ਜੇ ਅਸੀਂ 5 ਮਿੰਟਾਂ 'ਚ ਇੱਕ ਆਖਰੀ ਮਾਮਲਾ ਨਿਪਟਾਈਏ, ਟੋਕਨ ਮਾਤਰ, ਟੂਕ ਮਾਤਰ, ਆਪਾਂ ਜ਼ਿਆਦਾ ਜੇ ਉਹ ਤਾਂ 15 ਮਿੰਟ ਦੀ ਬਹਿਸ ਮੰਗਦਾ, ਵੈਸੇ ਹਲਕਾ ਟੱਚ ਕਰਦੇ ਆ ਕਿ ਕੇਜਰੀਵਾਲ ਸਾਹਿਬ ਨੇ ਜਿਸ ਤਰੀਕੇ ਨਾਲ ਜਲੰਧਰੀਆਂ ਨੂੰ ਕੱਲ ਵੋਟ ਪਾਉਣ ਲਈ ਪ੍ਰੇਰਿਆ, ਇਹਦੇ ਵਿੱਚ ਇੱਕ ਲਾਲਚ ਵੀ ਸੀ ਤੇ ਇੱਕ ਹਲਕੀ ਜੀ ਧਮਕੀ ਜੀ ਵੀ ਸੀ ਵੀ ਫਿਰ ਕਰਾ ਲਿਓ ਕੰਮ ਜੇ ਸਾਨੂੰ ਨਾ ਜਿਤਾਇਆ। ਇੱਕ ਹਲਕੀ ਜੀ ਇੱਕ ਫਿਕਰ ਵੀ ਸੀ ਕਿ ਕਾਂਗਰਸ ਐ ਜਿਵੇਂ ਜਿੱਤ ਰਹੀ ਹੁੰਦੀ। ਅਕਾਲੀਆਂ ਦੇ ਵਿੱਚ ਵੀ ਇਹੀ ਹੈ ਕਿ ਸਾਡਾ ਮੁਕਾਬਲਾ ਤੇ ਕਾਂਗਰਸ ਨਾਲ ਹੈ, ਜਿਹੜੇ ਅੰਦਰੋਂ ਖਬਰ ਆਉਂਦੀ ਹੈ। ਸੋ ਇਹ ਸਾਰੇ ਮਾਮਲੇ ਨੂੰ ਮੈਂ ਲੰਬੀ ਗੱਲ ਨਾ ਕਰਾਂ, ਸਾਰੇ ਨੂੰ ਤੁਸੀਂ ਐਡਰੈਸ ਕਰ ਦਿਓ, ਫਿਰ ਤਾਂ ਹਮੀਰ ਸਿੰਘ ਹੋਰਾਂ ਤੋਂ ਆਖਰੀ ਸ਼ਬਦ ਲੈ ਲਈ। ਕੇਜਰੀਵਾਲ ਜੀ ਦੀ ਇੱਕ ਬੜੀ ਕਮਾਲ ਦੀ ਸਿਫਤ ਹੈ ਵੀ ਇਹ ਜਿਹੜੀ ਜਿੰਨੀ ਸ਼ਬਦਾਵਲੀ ਵਰਤਦੇ ਹੈ ਨਾ, ਇਹ ਸਾਰੀ ਸੰਘ ਪਰਿਵਾਰ ਵਾਲੀ ਵਰਤਦੇ ਤੇ ਸਿਆਸਤ ਵੀ ਤਕਰੀਬਨ ਉਹੋ ਜੀ ਕਰਦੇ ਆ। ਹੁਣ ਡਬਲ ਇੰਜਣ ਇਹਨਾਂ ਨੇ ਕੱਲ ਲਫ਼ਜ਼ ਵਰਤੇ, ਡਬਲ ਇੰਜਣ ਤਾਂ BJP ਦੀ ਲੀਡਰ ਵਰਤਦੇ। ਸੋ ਮੈਨੂੰ ਇਹਨਾਂ ਨੇ ਡਬਲ ਇੰਜਣ ਦੀ ਗੱਲ ਸਮਝ ਨਹੀਂ ਆਉਂਦੀ। ਜ਼ਿਆਦਾ ਕਹਿ ਲੈਣਾ ਤੁਸੀਂ 2 CM ਹੈ ਪੰਜਾਬ ਦੇ, ਅਦਰਵਾਈਜ਼ ਤਾਂ 2 ਇੰਜਣ ਡਬਲ ਇੰਜਣ ਤਾਂ ਬਣਦਾ ਹੀ ਨਹੀਂ। ਦਿੱਲੀ ਦੀ ਸਰਕਾਰ ਤਾਂ ਸੈਮੀ ਸਟੇਟ, ਦਿੱਲੀ ਤਾਂ ਵੈਸੇ ਸੈਮੀ ਸਟੇਟ ਹੈ, ਦਿੱਲੀ ਤਾਂ ਇਹਨਾਂ ਦੀ ਪੂਰੀ ਸਰਕਾਰ ਹੀ ਹੈ ਨਹੀਂ। ਸੋ ਇਹ ਡਬਲ ਇੰਜਣ ਕਿਵੇਂ ਹੋ ਗਏ? ਮੈਨੂੰ ਤਾਂ ਇਹ ਨਹੀਂ ਪੱਲੇ ਪਿਆ ਟਰਮੀਨੋਲੋਜੀ ਇਹ BJP ਦੀ ਹੈਗੀ ਹੈ। ਹਾਂ, ਇਹ ਕਹਿ ਸਕਦੇ ਆ ਕਿ ਵੀ ਇੱਕ CM ਮੈਂ ਹੈ, ਭਗਵੰਤ ਮਾਨ ਆ, ਇਹ ਦੋਵੇਂ ਮਿਲ ਕੇ ਕੰਮ ਕਰਦੇ, ਉਹ ਗੱਲ ਵੱਖਰੀ ਹੈ। ਹੁਣ ਜਿਹੜਾ ਕੰਮ ਦੀ ਧਮਕੀ ਦੇਣੀ ਵੀ ਕੰਮ ਹੋਣਗੇ ਨਾ ਹੋਣਗੇ, ਇਹ ਤਾਂ ਸਾਹਮਣੇ ਸਾਰਾ ਕੁਝ ਨਜ਼ਰ ਆਉਂਦਾ ਹੁੰਦਾ, ਲੋਕਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਹੁੰਦੀ। ਤੇ ਜਲੰਧਰ ਸ਼ਹਿਰ ਦੇ ਵਿੱਚ ਵੜ ਜਾਓ, ਉਹ ਸ਼ਹਿਰ ਅੱਗੇ ਸ਼ਹਿਰ ਬੋਲਦਾ ਹੁੰਦਾ ਵੀ ਪਿੱਛੇ ਕੀ ਹੋ ਰਿਹਾ। ਮੈਂ ਕਿਸੇ ਵੇਲੇ ਅੰਮ੍ਰਿਤਸਰ ਦੇ ਐਗਜ਼ਾਮਪਲ ਦਿਆ ਕਰਦਾ ਸੀਗਾ। ਮੈਂ ਇਧਰ ਕੈਪਟਨ ਅਮਰਿੰਦਰ ਸਿੰਘ CM ਸੀਗਾ, 2 ਸਾਲ ਹੋ ਗਏ ਸੀ ਬੜਿਆਂ ਨੂੰ, ਤੇ ਮੈਂ ਐਗਜ਼ਾਮਪਲ ਦਿੱਤੀ। ਮੈਂ ਕਿਹਾ ਜਦੋਂ ਮੈਂ ਅੰਮ੍ਰਿਤਸਰ ਉਤਰਦਾ ਨਾ ਸਟੇਸ਼ਨ ਤੋਂ, ਮੈਂ ਨਾਰਮਲੀ ਇੱਥੋਂ ਸਵੇਰੇ ਟ੍ਰੇਨ ਮਾਰਨਿੰਗ ਵਾਲੀ ਫੜ ਕੇ ਜਾਇਆ ਕਰਦਾ ਸੀਗਾ। ਤੇ ਮੈਂ ਕਿਹਾ ਵੀ ਮੈਂ ਜਿਹੜਾ 2 ਸਾਲ ਤੋਂ ਜਿਹੜਾ ਸਟੇਸ਼ਨ ਦੇ ਬਾਹਰ ਗੰਦ ਪਿਆ ਦੇਖਦਾ ਹੈ ਨਾ, ਹੁਣ ਵੀ ਉਸ ਤਰ੍ਹਾਂ ਹੀ ਪਿਆ, ਸਰਕਟ ਹਾਊਸ ਤੱਕ ਉਸ ਤਰ੍ਹਾਂ ਹੀ ਗੰਦ ਪਿਆ ਹੁੰਦਾ। ਮੈਂ ਕਿਹਾ ਮੈਨੂੰ ਤਾਂ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਕੰਮ ਹੋਰ ਲੋਕਾਂ ਨੇ ਕੀ ਕਰਾਉਣੇ ਹੁੰਦੇ, ਨਿੱਜੀ ਕੰਮ ਵੱਖਰੇ ਹੁੰਦੇ। ਜਲੰਧਰ ਦੇ ਵਿੱਚ ਵੀ ਇਹੀ ਕੁਝ ਦੇਖਣ ਨੂੰ ਮਿਲਦਾ, ਹੁਣ ਵੀ ਚਲੇ ਜਾਓ। ਸੋ ਇਹ ਧਮਕੀ ਦੇਣ ਦੀ ਕਿਉਂ ਲੋੜ? ਜਿਹੜੀ ਤੁਹਾਡੀ ਡਿਊਟੀ ਹੈ ਕੰਮ ਕਰਨ ਦੀ, ਭਾਈ ਉਹ ਤੁਸੀਂ ਕਰੋ, ਧਮਕੀ ਨਾ ਦਿਓ। ਤੁਹਾਨੂੰ ਲੋਕਾਂ ਨੇ ਚੁਣਿਆ ਕਾਹਦੇ ਵਾਸਤੇ? ਕੰਮ ਕਰਨ ਵਾਸਤੇ ਹੀ ਚੁਣਿਆ ਹੈ। ਸੋ ਤੁਹਾਡੀ ਜ਼ਿੰਮੇਵਾਰੀ ਕੰਮ ਕਰਨ ਦੀ ਹੈ, ਲੋਕਾਂ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ। ਸੋ ਧਮਕੀ ਨਾ ਦਿਓ ਜੀ। ਸਰਦਾਰ ਹਮੀਰ ਸਿੰਘ ਜੀ, ਕੇਜਰੀਵਾਲ ਸਾਹਿਬ ਜਦੋਂ ਸੰਗਰੂਰ 'ਚ ਆਏ
ਤੇ ਉਹ SUV ਦੇ ਵਿੱਚ ਆਪ ਤੇ ਉੱਪਰਲਾ ਸ਼ੀਸ਼ਾ ਜਿਹੜਾ ਛੱਤ ਵਾਲਾ ਹੁੰਦਾ ਉਹ ਖੋਲ ਕੇ ਖਲੋ ਗਏ ਤੇ ਇੱਥੋਂ ਵਾਲੇ ਮੁੱਖ ਮੰਤਰੀ ਸਾਹਿਬ ਬਾਰੀ ਚ ਲਟਕ ਗਏ। ਉਹ ਲੋਕਾਂ ਨੇ ਲਟਕਾ ਹੀ ਦਿੱਤੇ ਪੱਕੇ। ਉਹ ਜਦੋਂ ਅਣਖ ਜੀ ਵਾਲੀ ਗੱਲ ਪੰਜਾਬ ਚ ਆਉਂਦੀ ਆ, ਸਾਡੇ ਲੋਕ ਆਪ ਮਹਾਰੇ ਕਮਲੇ ਜਿਹੇ ਹੋ ਜਾਂਦੇ, ਕਹਿੰਦੇ ਨਹੀਂ ਏਦਾਂ ਨਹੀਂ। ਉਹ ਮੈਨੂੰ ਲੱਗਦਾ ਐਤਕੀ ਤੇ ਉਹਨਾਂ ਨੇ ਇਹ ਗਲਤੀ ਨਾ ਹੁਣ ਤੱਕ ਕੀਤੀ ਤੇ ਗਾਂਹ ਨਹੀਂ ਕਰਨਗੇ, ਕਿਉਂਕਿ ਹੋ ਸਕਦਾ ਰਣਨੀਤੀਕਾਰ ਸਿਆਣੇ ਹੀ ਹੋਣ, ਬਾਕੀ ਕੋਈ ਪਤਾ ਨਹੀਂ, ਰੋਡ ਸ਼ੋਅ ਤੇ ਅਜੇ ਹੋਰ ਵੀ ਹੋਣੇ ਆ। ਮੈਂ ਤੁਹਾਡੇ ਤੋਂ ਜਿਹੜਾ ਸਵਾਲ ਪਹਿਲਾਂ ਉਹੀ ਪੁੱਛ ਰਿਹਾ। ਵੈਸੇ ਸਰਦਾਰ ਜਗਤਾਰ ਸਿੰਘ ਕਹਿ ਰਹੇ ਨੇ ਕਿ ਉਹਨਾਂ ਨੇ ਡਬਲ ਇੰਜਨ ਸ਼ਬਦ ਵਰਤਿਆ। ਮੈਂ ਕਿਉਂਕਿ ਉਹ ਸੁਣੀ ਨਹੀਂ ਸਪੀਚ, ਅਖਬਾਰਾਂ ਚੋਂ ਹੀ ਪੜ੍ਹਿਆ ਸੀਗਾ ਅੱਜ ਸਵੇਰੇ ਜੋ ਉਹਨਾਂ ਦੇ ਜੋ ਲਬੋ ਲਬਾਬ ਸੀਗਾ। ਮੈਨੂੰ ਜਰਾ ਗੱਲ ਤੋਰ ਕੇ ਦੱਸਿਓ ਕਿ ਕਾਂਗਰਸ ਤਾਂ ਮੁਕਾਬਲੇ 'ਚ ਆਪਣੇ ਆਪ ਨੂੰ ਮੰਨ ਲਵੇ ਇਹ ਫਿਕਰ ਜਿਹਾ ਕਰਨ ਲੱਗ ਪਈ ਸੀ। ਇਹ ਦੋਵੇਂ ਧਿਰਾਂ ਕਾਂਗਰਸ ਨੂੰ ਨੰਬਰ 1 ਤੋਂ ਦੂਜੇ ਤੇ, ਦੂਜੇ ਤੋਂ 1 ਤੇ ਖਿੱਚਣ ਖੁੱਚਣ ਦੇ ਚੱਕਰ 'ਚ ਪਈਆਂ ਨੇ। ਮੈਨੂੰ ਲੱਗਦਾ ਉਹ ਆਪ ਸੋਚਦੇ ਹੋਣੇ ਇਕੱਲੇ ਬਹਿ ਕੇ ਵੀ ਇਹ ਹੋ ਕੀ ਰਿਹਾ ਸਾਡੇ ਨਾਲ, ਸਾਡੇ ਖਿਲਾਫ ਕੋਈ ਸਾਜ਼ਿਸ਼ ਤਾਂ ਨਹੀਂ ਹੋ ਰਹੀ, ਅਸੀਂ ਤਾਂ ਕਹਿੰਦੇ ਦੂਜੇ ਤੇ ਹੀ ਆ ਜਾਈਏ, ਸਾਨੂੰ ਖਿੱਚ ਖੁੱਚ ਕੇ ਨੰਬਰ 1 ਤੇ ਲਈ ਫਿਰਦੇ। ਅਸਲ ਦੇ ਵਿੱਚ ਪਹਿਲਾਂ ਇੱਕੋ ਹੀ ਗੱਲ ਮੈਂ ਪੰਜਾਬੀਆਂ ਦੇ ਸੁਭਾਅ ਦੀ ਇੱਕ ਗੱਲ ਕਰਦਾ ਕਿ ਸੁਰਜੀਤ ਸਿੰਘ ਬਰਨਾਲਾ ਲੋਕ ਸਭਾ ਹਾਰ ਗਏ ਸੀ, ਉਦੋਂ ਬਾਅਦ ਰਾਜ ਸਭਾ ਚ ਆ ਗਏ। ਮਸਤਵਾਣੇ ਇੱਕ ਮੇਲਾ ਲੱਗਦਾ ਕਾਫੀ ਵੱਡਾ, ਮਸਤਵਾਣੇ ਉਹ ਬੋਲ ਰਹੇ ਸੀ ਸਟੇਜ ਤੇ ਵੀ ਤੁਸੀਂ ਤਾਂ ਮੈਨੂੰ ਹਰਾਤਾ ਸੀ, ਮੈਂ ਤਾਂ ਫਿਰ MP ਦਾ MP ਆ। ਲੋਕ ਨਾ ਉਦੋਂ ਖੜੇ ਪੰਡਾਲ ਚ ਬੈਠੇ ਕੁਰਸਰ ਮੁਸਰ ਕਰਨ ਲੱਗੇ ਵੀ ਕੋਈ ਨਹੀਂ ਦੁਬਾਰਾ ਫੇਰ ਆ ਜੀ, ਫੇਰ ਜਿਤਾ ਕੇ ਤੋੜ ਦਾਂਗੇ। ਤੇ ਲੋਕਾਂ ਨੇ ਜਿੱਤਣ ਨਹੀਂ ਦਿੱਤਾ ਮੁੜ ਕੇ ਬਰਨਾਲਾ ਸਾਹਿਬ ਨੂੰ ਅਸੈਂਬਲੀ ਚ, ਤੇ ਉਹਦੇ ਚ ਜਾ ਕੇ ਮੁੜ ਕੇ ਨਾ ਢੀਂਡਸਾ ਜੀ ਨਾਲ ਵੀ ਇਹੀ ਹੋਇਆ ਵੇ, ਕੋਈ ਗੱਲ ਨਹੀਂ। ਇਸ ਲਈ ਜਦੋਂ ਤੁਸੀਂ ਚੈਲੰਜ ਦਿੰਦੇ ਹੋ ਨਾ, ਉਹ ਖੁਦ ਖਾਂਦਾ ਹੈ ਸਧਾਰਨ ਬੰਦਾ ਵੀ ਬੈਠਾ ਵੀ ਅੱਛਾ ਤੂੰ ਮੈਨੂੰ ਇਹ ਚੈਲੰਜ ਦੇ ਰਿਹਾ ਵੀ ਨਹੀਂ ਤਾਂ ਮੈਂ ਬਹੁਤ ਤਕੜਾ ਤੇ ਤੂੰ ਜੋ ਮਰਜੀ ਹੈ। ਵੋਟਾਂ ਦੇ ਵਿੱਚ ਇੱਕ ਇਸ ਨਬਜ ਨੂੰ ਵੀ ਸਮਝਣਾ ਮਤਲਬ ਬੜਾ ਜ਼ਰੂਰੀ ਹੁੰਦਾ। ਅਗਲੀ ਗੱਲ ਜਿਹੜਾ ਜਲੰਧਰ ਦੇ ਵਿੱਚ ਇਹ ਹੈ ਕਿ ਮੁੱਖ ਤੌਰ ਤੇ ਤਾਂ 4 ਧਿਰਾਂ ਲੜ ਰਹੀਆਂ ਨੇ ਜਿਹੜੀਆਂ, ਹਾਲਾਂਕਿ ਸਿਮਰਜੀਤ ਮਾਨ ਉਹਨਾਂ ਦਾ ਬੰਦਾ ਵੀ ਖੜਾ ਹੈ, ਬਾਕੀ ਵੀ, ਪਰ ਇੱਕ ਦੂਜੇ ਨੂੰ ਇਹ ਲੱਗੀ ਜਾਂਦੇ ਨੇ। ਮੈਨੂੰ ਇਹ ਲੱਗਦਾ ਹੁੰਦਾ ਵੀ ਅਕਾਲੀ ਜੇ ਕਹਿ ਰਹੇ ਨੇ ਵੀ ਆਪ ਤਾਂ ਕਿਤੇ ਨਹੀਂ, ਸਾਡੀ ਟੱਕਰ ਤਾਂ ਕਾਂਗਰਸ ਨਾਲ ਹੈ, ਤੇ ਆਪ ਵੀ ਇਹ ਕਹਿ ਰਹੀ ਹੈ ਵੀ ਆਪਣਾ ਬਾਕੀ ਤਾਂ ਕੋਈ ਕਿਤੇ ਹੈ ਹੀ ਨਹੀਂ ਨਾ, ਤੇ ਜਿੱਤ ਤਾਂ ਅਸੀਂ ਗਏ ਹੀ ਆ, ਤੇ ਸੈਕੰਡ ਆ ਜਾਏਗਾ ਕੋਈ ਕਾਂਗਰਸੀ ਜਾਂ ਜਿਹੜਾ ਵੀ ਮਰਜ਼ੀ ਆ ਜਾਏਗਾ। ਇਹ ਤਾਂ ਖੈਰ ਮੈਨੂੰ ਲੱਗਦਾ ਹੁੰਦਾ ਵੀ ਜਿੰਨਾ ਚਿਰ ਚੋਣ ਲੜ ਰਿਹਾ ਹੁੰਦਾ ਨਾ, ਜਿਹਦੀ ਜ਼ਮਾਨਤ ਵੀ ਜ਼ਬਤ ਹੋਣੀ ਹੁੰਦੀ ਆ, ਉਹਨੂੰ ਵੀ ਇਹ ਕਹਿਣਾ ਪੈਂਦਾ ਕਿ ਆਪਾਂ ਜਿੱਤ ਰਹੇ ਹਾਂ, ਵੱਡੀਆਂ ਵੋਟਾਂ ਤੇ ਜਿੱਤ ਰਹੇ ਹਾਂ, ਤਾਂ ਕਿ ਜਿੰਨੇ ਕੁ ਬੰਦੇ ਨਾਲ ਨੇ ਉਹਦਾ ਵੀ ਡਿਮੋਰਲਾਈਜ਼ ਨਾ ਹੋ ਜਾਣ ਜਾਂ ਉਹਨਾਂ ਦਾ ਮਨੋਬਲ ਨਾ ਨੀਚੇ ਚਲਾ ਜਾਏ। ਔਰ ਹਾਂ, ਅੰਦਰ ਖਾਤੇ ਜ਼ਰੂਰ ਪਤਾ ਹੁੰਦਾ। ਔਰ ਜਿਹੜੀਆਂ ਗੱਲਾਂ ਇਦੋਂ ਪਹਿਲਾਂ ਹੋ ਰਹੀਆਂ ਸੀ, ਸਪੋਜ਼ ਕਰੋ ਕਿ ਜਿਸ ਢੰਗ ਨਾਲ ਉਹ ਚੰਨੀ ਦਾ ਮਾਮਲਾ ਸੀ ਉਹ ਵੀ ਡਿਸਕਸ ਹੋ ਰਿਹਾ, ਕਿਉਂਕਿ ਅੱਜ ਫਿਰ ਸੱਦਿਆ ਸੀ 21 ਅਪ੍ਰੈਲ ਸੀ ਨਾ, ਜਿਹੜਾ ਵਿਜੀਲੈਂਸ ਨੇ ਪਹਿਲਾਂ ਸੱਦਿਆ, ਦਲਿਤ ਵੋਟ ਬੈਂਕ ਦਾ ਮਾਮਲਾ ਹੈ। ਔਰ ਫਿਰ ਸਵਾਲ ਇਹ ਵੀ ਸੀਗਾ ਕਿ ਦਲਿਤ ਵੋਟ ਬੈਂਕ ਜਿਹੜੀ BSP ਨੂੰ ਪਈ ਸੀ 2 ਲੱਖ ਦੇ ਕਰੀਬ, ਉਹ ਅਕਾਲੀ ਦਲ ਨੂੰ ਸ਼ਿਫਟ ਹੋ ਜਾਏਗੀ, ਜੇ ਨਹੀਂ ਹੋ ਜਾਏਗੀ ਉਹ ਮਾਮਲਾ ਵੀ ਉੱਥੇ ਖੜਾ ਹੈ। ਔਰ ਕਾਂਗਰਸ ਨੇ 92 ਵਾਲੀ ਇੱਕ 92 ਬੰਦਿਆਂ ਦੀ ਹਨੇਰੀ ਵਾਲੇ ਦੌਰ ਦੇ ਵਿੱਚ ਵੀ ਜਲੰਧਰ ਪਾਰਲੀਮੈਂਟ 'ਚ 5 ਜਿੱਤ ਲੀਆਂ ਸੀ। ਬਾਕੀ ਚੌਧਰੀ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਇੱਕ ਹਮਦਰਦੀ ਵੋਟ, ਇਹ ਲੌਜਿਕ ਦਿੰਦੇ ਨੇ ਉਹ ਵੀ ਆਪ ਜਦੋਂ ਪ੍ਰਾਈਵੇਟ ਬੈਠਦੇ ਆ ਸਾਰੇ ਵੀ ਆਹ ਗੱਲਾਂ ਤਾਂ ਕੁਛ ਹੈਗੀਆਂ ਨੇ, ਪਰ ਫਿਰ ਵੀ ਕਾਂਗਰਸ ਪਾਟੋ ਧਾੜ ਹੈ, ਅੰਦਰ ਖਾਤੇ ਵੀ ਇਹ ਹਮੇਸ਼ਾ ਹੀ ਇੱਧਰ ਉੱਧਰ ਕਰਦੀ ਹੈ, ਦੂਜਿਆਂ ਨੂੰ ਵੀ ਪਵਾ ਜਾਂਦੇ ਨੇ ਨਾਲ। ਉਹ ਇਹ ਵੀ ਦਲੀਲ ਦੇ ਕੇ ਕਹਿੰਦੇ ਨੇ ਵੀ ਅਸੀਂ ਆਵਾਂਗੇ ਪਹਿਲੇ ਤੇ, ਨਹੀਂ ਤਾਂ ਦੂਜੇ ਤੇ ਪੱਕੇ ਆ। ਅਜੇ ਤੱਕ BJP ਦਾ ਨਹੀਂ ਕੋਈ ਸਾਹਮਣੇ ਆਇਆ, ਮਤਲਬ ਓਪਨਲੀ ਕਦੇ ਲੱਗਿਆ ਵੀ ਉਹ ਕੀ ਕਹਿਣਾ ਚਾਹੁੰਦੇ ਵੀ ਅਸੀਂ ਜਿੱਤਾਂਗੇ ਵੀ ਜਾਂ ਅਸੀਂ ਹਜੇ ਪੈਰ ਧਰਾਈ ਹੋ ਰਿਹਾ ਸਾਡਾ। ਅਸੀਂ ਪਹਿਲੀ, ਜਿਵੇਂ ਸੰਗਰੂਰ ਉਹਨਾਂ ਨੇ ਦਲੀਲ ਦਿੱਤੀ ਵੀ ਅਸੀਂ ਪਹਿਲੀ ਵਾਰ ਆਜ਼ਾਦ ਤੌਰ ਤੇ ਇਕੱਲੇ ਲੜੇ ਆ, ਕੋਈ ਗੱਲ ਨਹੀਂ ਜਿੰਨਾ ਆ ਗਏ ਓਨਾ ਠੀਕ ਹੈ। ਪਰ ਇਸ ਦੇ ਵਿੱਚ ਪੂਰੀ ਇਲੈਕਸ਼ਨ ਦੇ ਵਿੱਚ ਕੋਈ ਕਲੀਅਰ ਕੱਟ ਏਜੰਡਾ ਹੈ ਨਹੀਂ। ਇਸੇ ਕਰਕੇ ਕੇਜਰੀਵਾਲ ਉਹਨਾਂ ਨੂੰ ਕਦੇ ਡਬਲ ਇੰਜਣ ਤਾਂ ਨਹੀਂ, ਮੈਨੂੰ ਲੱਗਦਾ ਇੱਕ ਇੰਜਣ ਹੈ ਤੇ ਇੱਕ ਇਨਵਰਟਰ ਟਾਈਪ ਹੈ ਵੀ ਜੇ ਬਿਜਲੀ ਚਲੀ ਗਈ ਤਾਂ ਦੂਜਾ ਵੀ ਹੈਗਾ ਨਾਲ ਇਨਵਰਟਰ। ਦਿੱਲੀ ਦੇ ਤਾਂ ਜਿਵੇਂ ਜਗਤਾਰ ਸਿੰਘ ਉਹਨਾਂ ਨੇ ਕਿਹਾ ਵੀ ਦਿੱਲੀ ਵਾਲਾ ਤਾਂ ਅਧੂਰੀ ਸਰਕਾਰ ਹੈ ਨਾ, ਸਰਕਾਰ ਹੀ ਨਹੀਂ ਹੈ ਮਤਲਬ ਉਸ ਪੱਧਰ ਦੀ ਕਿ ਮਿਊਨਿਸਪਲ ਕਮੇਟੀ ਵੱਡੀ ਵਰਗੀ ਸਰਕਾਰ ਹੈ, ਉਹਦੇ ਕੋਲ ਤਾਂ ਪੁਲਿਸ ਨਹੀਂ ਹੈ, ਬਾਕੀ ਚੀਜ਼ਾਂ ਨਹੀਂ, ਜੋ ਉਹ ਵੀ ਨਹੀਂ ਹੈ, ਪਰ ਉਹਦੇ ਤੋਂ ਸੈਂਟਰਲਾਈਜੇਸ਼ਨ ਆਫ ਪਾਵਰ ਦੀ ਉਹ ਜ਼ਰੂਰ ਆਉਂਦੀ ਹੈ ਇੱਕ ਧਾਰਨਾ। ਨਹੀਂ ਬਹੁਤ ਸੋਹਣਾ ਹੈ ਸਰਦਾਰ ਹਰਮੀਤ ਸਿੰਘ ਜੀ, ਉਹੀ ਮੈਂ ਗੱਲ ਕਰਨ ਲੱਗਾ ਵੀ ਤੁਸੀਂ ਸੁਪਰੀਮੋ ਨੂੰ ਸੁੰਗੇੜ ਕੇ ਇੰਨਾ ਕੁ ਕਰੀ ਜਾਂਦੇ ਹੋ, ਗੁੱਸਾ ਕਰਨਗੇ, ਮਨ ਤੇ ਅਸਰ ਆ ਜਾਊਗਾ ਵੀ ਮੈਂ ਭਗਵੰਤ ਮਾਨ ਨੂੰ ਤਾਂ ਮੈਂ ਲਿਆਂਦਾ, ਭਗਵੰਤ ਮਾਨ ਜੀ ਵੀ ਖੜੇ ਰਹਿੰਦੇ ਆ ਬਾਹਰ ਨਿਕਲ ਕੇ ਵੀ ਕੇਜਰੀਵਾਲ ਸਾਹਿਬ ਆਉਣ। ਸੋ ਵੈਸੇ ਗੱਲ ਤੁਹਾਡੀ ਠੀਕ ਹੈ ਵੀ ਇਹ ਕੇਂਦਰੀਕਰਨ, ਜੇਬ 'ਚ ਤਾਕਤ ਕਿਹਦੇ ਕਿੰਨੀ ਹੈ। ਹਾਂਜੀ ਹੁਣ ਤੋਰੋ ਗੱਲ। ਤਾਕਤ ਕਰਕੇ ਜ਼ਰੂਰ ਹੈ ਵੀ ਉਹੀ ਜਿਵੇਂ ਨਰਿੰਦਰ ਮੋਦੀ ਕਹਿੰਦਾ ਕਿ ਸਾਰੇ ਸੂਬੇ ਜਿੰਨੇ BJP ਦੀ ਸਰਕਾਰ ਹੈ ਉੱਥੇ ਪ੍ਰੈਕਟੀਕਲੀ ਨਰਿੰਦਰ ਮੋਦੀ ਚੀਫ ਮਿਨਿਸਟਰ ਹੈ,
ਉਵੇਂ ਕੇਜਰੀਵਾਲ ਵੀ ਸਾਹਿਬ ਵੀ ਇਹੀ ਕਹਿੰਦੇ ਨੇ ਵੀ ਅਜੇ ਇੱਕ ਜਗ੍ਹਾ ਮੈਂ ਆਊਂਗਾ ਕਰਨਾਟਕਾ 'ਚ ਵੀ, ਮੈਂ ਗੁਜਰਾਤ 'ਚ ਵੀ ਬਣਾਊਂਗਾ, ਜਦੋਂ ਮੇਰੀ ਸਰਕਾਰ ਹੋਏਗੀ ਮੈਂ ਐਵੇਂ ਕਰੂੰਗਾ। ਤੇ ਇਸੇ ਕਰਕੇ ਗਰੰਟੀਆਂ ਵੀ ਉਹੀ ਦੇ ਰਹੇ ਨੇ, ਕੋਈ ਲੋਕਲ ਬੰਦਿਆਂ ਤੋਂ ਨਹੀਂ ਦਵਾ ਰਹੇ। ਇਹ ਇੱਕ ਅਪਰੋਚ ਦਾ ਸਵਾਲ ਹੈ ਸੈਂਟਰਲਾਈਜੇਸ਼ਨ ਦਾ, ਉਹਦੇ 'ਚ ਉਹ ਦੋਨੋਂ ਮੈਚ ਕਰਦੇ ਨੇ, ਬਿਲਕੁਲ ਇਕੱਠੇ ਨੇ। ਮੈਨੂੰ ਲੱਗਦਾ ਹੈ ਕਿ ਇਹ ਮਾਮਲਾ ਇੱਥੇ ਮੁੱਕਣਾ ਨਹੀਂ, ਪਰ ਜਿੰਨਾ ਅਸੀਂ ਸਮਾਂ ਅੱਗੇ ਲਾਏ ਆ, ਸੁਣਨ ਵਾਲਿਆਂ ਦੀ ਵੀ ਇੱਕ ਸੀਮਾ ਹੈ, ਉਹ ਕੰਮ ਧੰਦੇ ਕਰਨੇ ਹੁੰਦੇ ਆ। ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਉਦੋਂ ਸੋਚੀਦਾ ਸੀ ਵੀ ਪੱਠਿਆਂ ਨੂੰ ਵੀ ਜਾਣਾ ਅਜੇ, ਨਿੱਕੇ ਮੋਟੇ ਕੰਮ ਕਰਨ ਵਾਲੇ ਆ, ਸੋ ਕਈ ਕੰਮ ਅਧੂਰੇ ਛੱਡਣੇ ਪੈਂਦੇ ਸੀ। ਪਰ ਸਾਡੇ ਮਿੱਤਰ ਜਿਹੜੇ ਵਿਦੇਸ਼ਾਂ 'ਚ ਬੈਠੇ ਆ, ਕੋਈ ਕਿਧਰੇ ਟਰੈਵਲ ਕਰ ਰਿਹਾ, ਕੋਈ ਕੰਮ ਤੋਂ ਆਇਆ ਹੈ, ਕਈ ਐਸੇ ਵਿਅਕਤੀ ਜਿਹੜੇ ਬਹੁਤ ਫੁਰਸਤ ਨਾਲ ਸਾਨੂੰ ਸੁਣਦੇ ਆ, ਤਹਿ ਦਿਲੋਂ ਉਹਨਾਂ ਦਾ ਧੰਨਵਾਦ, ਰਿਣੀ ਆ ਪੂਰੀ ਤਰ੍ਹਾਂ। ਔਰ ਤੁਹਾਡਾ ਹੁੰਗਾਰਾ ਕਿਸੇ ਵੀ ਰੂਪ ਦੇ ਵਿੱਚ ਅਸੀਂ ਉਹਨੂੰ ਹਮੇਸ਼ਾ ਪੋਜ਼ਿਟਿਵਲੀ ਲੈਂਦੇ ਆ, ਸਕਾਰਾਤਮਕਤਾ ਨਾਲ ਲੈਂਦੇ ਆ। ਕਈ ਵਾਰੀ ਕੀ ਅਕਸਰ ਜਵਾਬ ਨਹੀਂ ਦੇ ਹੁੰਦੇ, ਤੁਸੀਂ ਬਿਲਕੁਲ ਮਨ ਤੇ ਨਹੀਂ ਲਾਉਣਾ, ਅਸੀਂ ਤੁਹਾਡੇ ਲਈ ਆ ਔਰ ਅਸੀਂ ਉੱਥੋਂ ਹੀ ਸਿੱਧਤ ਹੈ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਗਾਈਡ ਕਰ ਰਹੇ ਹੋ। ਮਿਹਰਬਾਨੀ। ਥੈਂਕ ਯੂ। ਸ਼ੁਕਰੀਆ ਜੀ।